ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜਿੱਥੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਦੇ ਉੱਪਰ ਚਾਨਣਾ ਪਾਈਦਾ ਹੈ, ਉੱਥੇ ਹੀ ਉਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਥ ਹੁੰਦਾ ਹੈ ਸਾਡੇ ਨਾਲ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਸੋ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਨੇ ਖਾਲਸਾ ਇੰਸ਼ੋਰੈਂਸ। ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਕਿਸੇ ਵੀ ਕਿਸਮ ਦੀ ਇੰਸ਼ੋਰੈਂਸ ਲੈਣ ਦੇ ਲਈ ਜਾਂ ਸਲਾਹ ਕਰਨ ਦੇ ਲਈ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾਅ ਫਰਮ ਜੇ ਟਿਰਕਿਆਣਾ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਵੀ ਤਰ੍ਹਾਂ ਦਾ ਕੰਮ ਹੋਵੇ। ਕ੍ਰਿਸ਼ਨ ਧਨੋਤਾ, ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ, ਵੁੱਡਲੈਂਡ। ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੇ ਵਿੱਚ ਹੈ। ਨਿਮਾ ਸਹੋਤਾ ਹੋਣਾ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ, ਰੋਜ਼ਵੈਲ, ਅਵਤਾਰ ਸਿੰਘ ਸੰਗਾ, ਯੂਬਾ ਸਿਟੀ, ਬਲਦੇਵ ਸਿੰਘ ਕੰਗ, ਯੂਬਾ ਸਿਟੀ। ਬਹੁਤ-ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਹੁਣ ਰੁਕ ਕਰਦੇ ਹਾਂ ਜੀ ਖਬਰਾਂ ਦਾ। ਮਿੰਟੂ ਜੀ, ਸਭ ਤੋਂ ਪਹਿਲੀ ਖਬਰ ਤੇ ਜੇਕਰ ਆਪਾਂ ਆਈਏ ਤਾਂ ਗੱਲ ਸ਼੍ਰੀ ਅਨੰਦਪੁਰ ਸਾਹਿਬ ਤੋਂ ਮਾਨ ਦੇ ਵੱਲੋਂ ਕੀਤੇ ਗਏ ਵੱਡੇ ਐਲਾਨ ਦੀ ਕਰ ਲੈਂਦੇ ਆ। ਕੀ ਹੈ ਜੀ ਇਹ ਵੱਡਾ ਐਲਾਨ? ਨਹੀਂ, ਐਲਾਨ ਤੇ ਉਹਨਾਂ ਨੇ ਕਈ ਕੀਤੇ ਆ। ਐਲਾਨ ਤੇ ਮਾਨ ਦੀ ਸਾਂਝ ਜਿਹੜੀ ਆ ਉਹ ਬਹੁਤ ਪੁਰਾਣੀ ਆ। ਜੀ ਅੱਛਾ, ਗੱਲ ਇਹ ਆ ਕਿ ਇਹਨਾਂ ਨੇ ਮਤਲਬ ਕਿ ਇੱਕ ਤੇ ਉਹ ਜਿਹੜਾ ਪਵਿੱਤਰ ਸ਼ਹਿਰ ਨੂੰ ਜਿੱਦਾਂ ਕਹਿ ਲਓ ਡਿਫਾਈਨ ਕਰਨਾ ਜਿਹੜਾ ਹੈ ਉਹ ਅੱਜ ਵੀ ਇਹਨਾਂ ਨੇ ਮੁਨਾਸਿਬ ਨਹੀਂ ਸਮਝਿਆ ਕਿ ਬਈ ਚਲੋ ਕਰੀਏ, ਉਹਨੂੰ ਡਿਫਾਈਨ ਕਰੀਏ ਕਿ ਕਿਸ ਤਰ੍ਹਾਂ ਕਰੋਗੇ ਕਿ ਪੂਰੇ ਦਾ ਜੀ ਪੂਰਾ ਕੋਈ ਸ਼ਹਿਰ ਜਿਹੜਾ ਹੈ ਉਹਨੂੰ ਹੋਲੀ ਸਿਟੀ ਦਾ ਦਰਜਾ ਦੇਵੋਗੇ ਜਾਂ ਕੁਝ ਖਾਸ ਇਲਾਕੇ ਨੂੰ। ਜੀ ਮਤਲਬ ਕਿ ਉਹਦੀ ਕੋਈ ਵਿਆਖਿਆ ਨਹੀਂ ਕੀਤੀ ਗਈ ਅੱਜ ਵੀ। ਜੀ ਕੱਲ ਦਾ ਹੀ ਭੰਬਲ ਭੂਸਾ ਬਰਕਰਾਰ ਆ। ਠੀਕ ਹੈ ਨਾ ਜੀ। ਸੋ ਜੀ ਅੱਜ ਇਹਨਾਂ ਨੇ ਇੱਕ ਵੱਡਾ ਐਲਾਨ ਕੀਤਾ ਹੈ। ਇੱਕ ਤੇ ਇਹ ਆ ਕਿ ਜਿੱਥੇ ਹੋਲਾ ਮਹੱਲਾ ਖੇਡਿਆ ਜਾਂਦਾ ਨਿਹੰਗ ਸਿੰਘਾਂ ਵੱਲੋਂ, ਜੀ ਉਸ ਮੈਦਾਨ ਨੂੰ ਕਿਹਾ ਕਿ ਅਸੀਂ ਸੰਸਾਰ ਪੱਧਰ ਦਾ ਬਣਾ ਦਿਆਂਗੇ। ਦੂਜਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਮਤਲਬ ਕਿ ਸਮਰਪਿਤ ਇੱਕ ਯੂਨੀਵਰਸਿਟੀ ਦੀ ਉਸਾਰੀ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਮਰਪਿਤ ਯਾਨੀ ਉਹਨਾਂ ਦੇ ਨਾਮ ਦੀ ਯੂਨੀਵਰਸਿਟੀ ਤਾਮੀਰ ਕਰਾਂਗੇ। ਇਹ ਬਹੁਤ ਜੀ ਵੱਡਾ ਐਲਾਨ ਹੈ। ਹੂੰ ਦੇਖੋ, ਇਸ ਤੋਂ ਇਲਾਵਾ ਇਹਨਾਂ ਨੇ ਕਿਹਾ ਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਡਿਫਾਈਨ ਨਹੀਂ ਕੀਤਾ ਹਾਲੇ ਤੱਕ ਜੀ ਵੀ ਮਤਲਬ ਹੁਣ ਜੇ ਤੁਸੀਂ ਵੇਖੋਗੇ ਤਾਂ ਇਹਨਾਂ ਨੇ ਇਹ ਕਹਿਤਾ ਕਿ ਇਹਨਾਂ 3 ਪਵਿੱਤਰ ਸ਼ਹਿਰਾਂ ਦੇ ਵਿੱਚ ਈ ਰਿਕਸ਼ਾ ਤੇ ਮਿੰਨੀ ਬੱਸਾਂ ਚੱਲਣਗੀਆਂ। ਹੁਣ ਕਿੱਥੇ ਜੀ ਚੱਲਣਗੀਆਂ? ਪੂਰੇ ਸ਼ਹਿਰਾਂ ਦੇ ਵਿੱਚ। ਫਿਰ ਉਹੀ ਗੱਲ ਆ ਕਿ ਉਹਦੀ ਵਿਆਖਿਆ ਨਹੀਂ, ਇਹਨਾਂ ਨੇ ਪਤਾ ਨਹੀਂ ਕਿਉਂ ਵਾਜਬ ਨਹੀਂ ਸਮਝਦੇ ਇਹਨਾਂ ਚੀਜ਼ਾਂ ਨੂੰ। ਤੇ ਹੁਣ ਇਹਨਾਂ ਨੇ ਇਹ ਤੇ ਐਲਾਨ ਕਰ ਦਿੱਤਾ, ਪਰ ਐਲਾਨ ਦੇ ਨਾਲ ਕਈ ਕਿਸਮ ਦੀਆਂ ਚਰਚਾਵਾਂ ਹੁੰਦੀਆਂ ਨੇ ਕਿ ਬਈ ਜੀ ਐਲਾਨ ਤੇ ਤੁਸੀਂ 16 ਖੁਣੀ ਮੈਡੀਕਲ ਕਾਲਜਾਂ ਦਾ ਵੀ ਕੀਤਾ ਸੀ, ਬਜਟ ਤੱਕ ਐਲੋਕੇਟ ਕਰਤਾ ਸੀਗਾ। ਅੱਜ ਤੱਕ ਜੀ ਦੱਸ ਦਿਓ ਕਿ ਸਿੰਗਲ ਵੀ ਬਣਾ ਸਕੇ ਤੁਸੀਂ 4 ਸਾਲਾਂ 'ਚ। ਤੇ ਯੂਨੀਵਰਸਿਟੀ ਤੇ ਆਪਣੀ ਇਹਨਾਂ ਦੀ ਪਟਿਆਲਾ ਨਹੀਂ ਚੱਲ ਰਹੀ। ਪਟਿਆਲੇ ਦੇ ਵਿੱਚ ਆਹੀ ਗੱਲਾਂ ਅਮਰਿੰਦਰ ਸਿੰਘ ਨੇ ਕੀਤੀਆਂ, ਆਪਣੇ ਦਾਦੇ ਦੀ ਯਾਦ ਦੇ ਵਿੱਚ ਬਣਾ ਦਿੱਤੀ ਯੂਨੀਵਰਸਿਟੀ, ਖੇਡ ਯੂਨੀਵਰਸਿਟੀ। ਤੇ ਅਸੀਂ ਉਦੋਂ ਆਖਿਆ ਸੀਗਾ ਕਿ ਖੇਡ ਢਾਂਚਾ ਤੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਬਹੁਤ ਸੋਹਣਾ, ਉਹਦੇ 'ਚ ਪੈਸੇ ਹੋਰ ਪਾ ਦਿਓ। ਓਪਨ ਯੂਨੀਵਰਸਿਟੀ, ਓਪਨ ਐਜੂਕੇਸ਼ਨ ਸਿਸਟਮ ਉਹਦੇ ਵਿੱਚ ਹੈਗਾ, ਤੁਹਾਨੂੰ ਓਪਨ ਯੂਨੀਵਰਸਿਟੀ ਬਣਾਉਣ ਦੀ ਕੀ ਜ਼ਰੂਰਤ ਹੈ? ਜੀ ਗੱਲ ਇਹ ਆ ਕਿ ਠੀਕ ਹੈ ਯੂਨੀਵਰਸਿਟੀ ਦੀ ਬੜੀ ਜ਼ਰੂਰਤ ਹੈ, ਪਰ ਯੂਨੀਵਰਸਿਟੀ ਜਿਹੜੀ ਆ ਉਹ ਕਿਤੇ ਨਵੀਂ ਸਿੱਖਿਆ ਨੀਤੀ ਦੇ ਤਹਿਤ ਉਹ ਕੇਂਦਰ, ਹੁਣ ਤੁਹਾਨੂੰ ਪਤਾ ਨਾ ਕੇਂਦਰੀਕਰਨ ਕਰਨ ਦਾ ਜਿਹੜਾ ਉਪਰਾਲਾ ਕੀਤਾ ਜਾਂਦਾ ਯੂਨੀਵਰਸਿਟੀਆਂ ਨੂੰ, ਉਹਦਾ ਕੀ ਆ? ਉਹ ਸਿਰਫ ਇੱਕ ਨਵੀਂ ਸਿੱਖਿਆ ਨੀਤੀ ਦਾ ਹਿੱਸਾ ਹੈ। ਔਰ ਨਵੀਂ ਸਿੱਖਿਆ ਨੀਤੀ ਹਮੇਸ਼ਾ RSS ਦੀ ਵਿਚਾਰਧਾਰਾ ਤੋਂ, ਉਹਨਾਂ ਦੀ ਸੋਚ ਤੋਂ ਪ੍ਰੇਰਿਤ ਰਹਿੰਦੀ ਹੈ। ਜੀ ਤੁਸੀਂ ਇਹ ਦੇਖ ਲਓ, ਅੱਜ ਤੁਸੀਂ ਕੋਈ ਵੀ ਇਹਦੇ 'ਚ ਬਦਲਾਅ ਆਇਆ ਇਹਨਾਂ 10 ਸਾਲਾਂ ਦੇ ਵਿੱਚ ਚੁੱਕ ਕੇ ਦੇਖ ਲਓ, ਕਿਸੇ ਵੀ ਪੁਸਤਕ ਦਾ ਪਾਠਕ੍ਰਮ ਜੇ ਚੇਂਜ ਹੋਇਆ ਜੋ ਵੀ ਹੈ, ਤਾਂ ਅੱਜ ਕੱਲ੍ਹ ਜ਼ਿਆਦਾਤਰ ਤੁਸੀਂ ਦੇਖੋਗੇ ਇਹ ਸਾਰਾ ਕੁਝ ਜਿਹੜਾ ਹੈ ਉਹ RSS ਦੀ ਵਿਚਾਰਧਾਰਾ ਜਾਂ ਉਹਨਾਂ ਦੀ ਸੋਚ ਤੋਂ ਪ੍ਰੇਰਿਤ ਹੁੰਦਾ ਹੈ। ਜੀ ਹੁਣ ਆਪਾਂ ਆ ਜਾਈਏ ਇਸ ਗੱਲ ਤੇ ਕਿ ਜੋ ਇਹਨਾਂ ਨੇ ਆਯੋਜਨ ਕੀਤਾ, ਵੈਸੇ ਅੱਗੇ ਆਪਾਂ ਵੇਖਿਆ 550ਵਾਂ ਜਦੋਂ ਗੁਰੂ ਨਾਨਕ ਜੀ ਦਾ ਮਨਾਇਆ ਗਿਆ ਸੀਗਾ, ਤੁਹਾਨੂੰ ਯਾਦ ਹੈ ਨਾ,
ਜੀ ਜੀ ਸੁਲਤਾਨਪੁਰ ਲੋਧੀ ਦੇ ਵਿੱਚ ਉਦੋਂ ਜਿਹੜੀ ਕੈਪਟਨ ਸਰਕਾਰ ਸੀ ਉਹਨਾਂ ਨੇ ਵੀ ਬਹੁਤ ਕੰਮ ਕੀਤਾ ਸੀਗਾ, ਪਰ ਬਾਅਦ ਦੇ ਵਿੱਚ ਕੁਝ ਚੀਜ਼ਾਂ ਖੁੱਲ ਕੇ ਸਾਹਮਣੇ ਆ ਗਈਆਂ ਸਨ। ਹੁਣ ਇਹਦੇ ਵਿੱਚ ਕੀ ਆ ਕਿ ਮਾਨ ਸਾਹਿਬ ਦੇ ਉਪਰਾਲੇ ਦੀ, ਚਲੋ ਮੈਂ ਇਹ ਤੇ ਕੋਈ ਨਿਖੇਧੀ ਨਹੀਂ ਕਰਾਂਗਾ, ਠੀਕ ਆ, ਸਰਕਾਰਾਂ ਆਪਣੇ ਪੱਧਰ ਤੇ ਪਹਿਲਾਂ ਵੀ ਕਰਦੀਆਂ ਰਹੀਆਂ। ਦੂਜੀ ਗੱਲ ਜਿਹੜੀ ਆ ਉਹ ਇਹ ਆ ਕਿ ਐਡਵਰਟਾਈਜ਼ਮੈਂਟ ਤੇ ਜਿਹੜੀਆਂ ਹੋਰ ਚੀਜ਼ਾਂ ਕੀਤੀਆਂ ਗਈਆਂ, ਜਿੰਨਾ ਇਹ ਕ੍ਰੈਡਿਟ ਲੈ ਸਕਦੇ ਸੀਗੇ ਨਾ, ਉਹ ਚੀਜ਼ ਇਹਨਾਂ ਨੂੰ, ਮਤਲਬ ਕਿ ਜਿਵੇਂ ਆਪਾਂ ਕਹਿ ਦਿੰਦੇ ਆ ਨਾ ਕਿ ਰਿਵਰਸ ਕੋਈ ਚੀਜ਼ ਜੀ ਜਿਹੜੀ ਆ ਉਹ ਨੁਕਸਾਨ ਪਹੁੰਚਾ ਜਾਂਦੀ ਆ ਮੋੜਵਾ। ਤਾਂ ਇਸ ਚੀਜ਼ ਨੇ ਇੰਪੈਕਟ ਪਾਇਆ, ਮੰਨਣੀ ਆ। ਜੀ ਠੀਕ ਆ, ਕੁਝ ਬੰਦਿਆਂ ਨੇ, ਇਹਨਾਂ ਦੇ ਬੰਦਿਆਂ ਨੇ ਆਲਾ ਤਰੀਨ ਪ੍ਰਬੰਧ ਕੀਤੇ ਆ, ਪਰ ਐਡਵਰਟਾਈਜ਼ਮੈਂਟ ਜਿਸ ਤਰ੍ਹਾਂ ਵਧਾ ਚੜਾ ਕੇ ਪੇਸ਼ ਕੀਤੀਆਂ ਗਈਆਂ ਨੇ ਚੀਜ਼ਾਂ, ਲੋਕਾਂ ਦੇ ਵਿੱਚ ਕਿਤੇ, ਸਾਰਿਆਂ 'ਚ ਨਹੀਂ, ਇੱਕ ਜੀ ਵੱਡੇ ਹਿੱਸੇ 'ਚ ਇਹ ਮੈਸੇਜ ਜ਼ਰੂਰ ਗਿਆ ਇਹਦਾ ਕਿ ਇਹ ਰਾਜਨੀਤੀ ਚਮਕ ਦਮਕ ਵਾਸਤੇ ਜ਼ਿਆਦਾ ਸੀ। ਹਾਲਾਂਕਿ ਅੰਦਰ ਦੀ ਭਾਵਨਾ ਤੇ ਕਦੇ ਸ਼ੱਕ ਨਹੀਂ ਕਰਨਾ ਚਾਹੀਦਾ, ਚਾਹੇ ਕੋਈ ਪੋਲੀਟੀਸ਼ੀਅਨ ਹੈ, ਚਾਹੇ ਕੋਈ ਆਮ ਬੰਦਾ ਹੈ। ਤਾਂ ਮਤਲਬ ਕਿ ਜੀ ਇੱਕ ਇਹ ਵੀ ਮੈਸੇਜ ਹੈ। ਹਾਲਾਂਕਿ ਬਹੁਤ ਸਾਰੇ ਲੋਕਾਂ ਨੇ ਸਲਾਹਿਆ ਵੀ ਹੈ। ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਜਿਹੜੇ ਪ੍ਰਬੰਧ ਕੀਤੇ ਗਏ, ਪ੍ਰਬੰਧ ਇਹਨਾਂ ਦੇ ਮਾੜੇ ਨਹੀਂ ਸਨ, ਪਰ ਉਹਨਾਂ ਪ੍ਰਬੰਧਾਂ ਦੀ ਜੇ ਤੁਸੀਂ ਵੇਖੋਗੇ ਭਾਰਤ ਤੇ ਬਹੁਤਾ ਟੈਂਟ ਤੇ ਜਿਹੜਾ ਦੂਜਾ ਤੀਜਾ ਸਮਾਨ ਆਇਆ, ਉਹ ਕੋਈ ਯੂਪੀ ਤੋਂ ਆਇਆ ਹੋਇਆ, ਕੋਈ ਦਿੱਲੀ ਤੋਂ ਆਇਆ ਹੋਇਆ। ਜੀ ਜਿਹੜੇ ਉਹ ਆਏ ਨੇ ਬੰਦੇ ਨਾਲ, ਨਾਨ ਪੰਜਾਬੀ, ਚਲੋ ਕਿਰਤੀ ਲੋਕ ਨੇ, ਪਰ ਉਹ ਜਿਹੜਾ ਠੇਕਾ ਵੇਕਾ ਉਹ ਸਾਰਾ ਉੱਥੋਂ ਦਿੱਲੀੋਂ ਹੀ ਚੱਲੀ ਜਾਂਦਾ। ਤੇ ਜੇ ਇਹ ਗੱਲਾਂ ਕਰਦੇ ਆ ਤੇ ਤੁਹਾਨੂੰ ਪਤਾ ਨਾ ਕਿ ਫਿਰ ਇਹ ਦੁਸ਼ਾਂਦਾ ਕਿਸ ਤਰ੍ਹਾਂ ਦਿੰਦੇ ਆ ਸੀਐਮ ਸਾਹਿਬ। ਜੀ ਜੀ ਫਿਰ ਇਹਨਾਂ ਦੀਆਂ ਤੁਹਾਨੂੰ ਪਤਾ ਹੀ ਆ, ਮਿਸਾਲਾਂ ਬੜੀਆਂ ਅਜੀਬੋ ਗਰੀਬ ਹੁੰਦੀਆਂ ਕਿ ਲਓ ਜੀ, ਜੇ ਨਾਗਪੁਰ ਤੋਂ ਸੰਤਰਾ ਆ ਸਕਦਾ ਤੇ ਟੈਂਟ ਕਿਉਂ ਨਹੀਂ ਨਾ। ਕਮਾਲ ਦੀ ਗੱਲ ਆ, ਕਿੱਥੇ ਬੁੱਢੀ ਦਾ ਮਰਨਾ, ਕਿੱਥੇ ਹਾਲੋ ਕੁੜੂ। ਤਾਂ ਗੱਲ ਇਹ ਹੈ ਕਿ ਇਹ ਚੀਜ਼ਾਂ ਵੀ ਆਪਾਂ ਨਾਲ ਵੇਖੀਏ। ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਨਰਿੰਦਰ ਮੋਦੀ ਹੋਰਾਂ ਨੇ, ਅੱਛਾ ਕਮਾਲ ਇਹ ਹੋ ਗਈ ਨਾ ਕਿ ਐਸਜੀਪੀਸੀ ਦਾ ਆਪਣਾ ਸਮਾਗਮ, ਜੀ ਸਰਕਾਰ ਸਾਡੀ ਦਾ ਆਪਣਾ ਸਮਾਗਮ, ਤੇ ਇਧਰੋਂ ਭਾਜਪਾ ਵਾਲਿਆਂ ਨੇ ਆਪਣਾ ਸਮਾਗਮ ਉੱਥੇ ਹਰਿਆਣਾ ਗਵਰਨਮੈਂਟ ਵੱਲੋਂ ਰੱਖਤਾ। ਇਹ ਵੀ ਇੱਕ ਬੜੀ ਨੋਟ ਕਰਨ ਵਾਲੀ ਚੀਜ਼ ਆ। ਪ੍ਰਧਾਨ ਮੰਤਰੀ ਖੁਦ ਆਏ ਨੇ ਕੁਰੂਕਸ਼ੇਤਰ 'ਚ, ਇਹ ਬਹੁਤ ਵੱਡੀ ਗੱਲ ਹੈ। ਤਾਂ ਉੱਥੇ 20 ਲੱਖ ਦੇ ਕਰੀਬ ਸਿੱਖ ਰਹਿੰਦਾ ਹੈ ਹਰਿਆਣੇ 'ਚ, ਜੀ ਜਿਹੜਾ ਕਿ ਜ਼ਿਆਦਾਤਰ ਹੁਣ ਭਾਜਪਾ ਦੇ ਨੇੜੇ ਹੋਣ ਨੂੰ ਕਹ ਲਓ, ਜਾਂ ਤੇ ਕਾਲਾ ਹੈ ਤੇ ਜਾਂ ਹੋ ਚੁੱਕਾ ਜ਼ਿਆਦਾਤਰ, ਤਾਂ ਹੀ ਭਾਜਪਾ ਜਿੱਤਦੀ ਹੈ। ਕਈ ਸੀਟਾਂ ਤੇ ਸਿੱਖਾਂ ਦੀ ਜਿਹੜੀ ਵੋਟ ਆ ਉਹ ਡਿਸਾਈਸਿਵ ਵੋਟ ਆ ਗੁਰਪ੍ਰੀਤ, ਤੇ ਉਹਨਾਂ ਨੂੰ ਵੀ ਸਾਧਿਆ। ਤੇ ਨਾਲ ਸੈਣੀ ਸਾਹਿਬ, ਤੁਹਾਨੂੰ ਪਤਾ ਹੈ ਇਹਨਾਂ ਦੀ ਬਰਾਦਰੀ 5-7 ਜ਼ਿਲ੍ਹਿਆਂ 'ਚ ਪੂਰਾ ਅਸਰ ਰੱਖਦੀ ਆ। ਜੀ ਤਾਂ ਉਹਨਾਂ ਨੇ ਕੀ ਕੀਤਾ ਕਿ ਨਾ ਇਹਨਾਂ ਦੇ ਸਮਾਗਮਾਂ 'ਚ ਸ਼ਿਰਕਤ ਕੀਤੀ, ਨਾ ਇਹਨਾਂ ਦੇ ਸਮਾਗਮਾਂ 'ਚ ਸ਼ਿਰਕਤ ਕੀਤੀ। ਸੈਣੀ ਨੂੰ ਕਹਿ ਦਿੱਤਾ ਕਿ ਤੂੰ ਬਈ ਆਪਦਾ ਕਰ। ਤਾਂ ਇਹ ਵੀ ਇੱਕ ਇੰਟਰਸਟਿੰਗ ਗੱਲ ਸੀ ਕਿ ਨਹੀਂ ਤੇ ਆਮ ਤੌਰ ਤੇ ਆਪਾਂ ਦੇਖਦੇ ਜਦੋਂ ਇਸ ਤਰ੍ਹਾਂ ਦੇ ਸਿੱਖਾਂ ਦੇ ਸਮਾਗਮ ਹੁੰਦੇ ਨੇ ਤੇ ਤਕਰੀਬਨ ਮੁਲਕ ਭਰ ਦੇ ਵਿੱਚੋਂ ਜਿਹੜੀਆਂ ਇਹ ਸ਼ਖਸੀਅਤਾਂ ਹੁੰਦੀਆਂ ਨੇ ਉਹ ਇੱਕੋ ਜਗ੍ਹਾ ਤੇ ਜੁੜਦੀਆਂ। ਪਰ ਐਤਕੀ ਸਮਾਗਮ ਦੋ ਸੀਗੇ, ਤਾਂ ਕਿਸੇ ਨੇ ਮਤਲਬ ਕਿ ਸੋਚਿਆ ਹੋਵੇਗਾ ਜਾਂ ਇਹਨਾਂ ਨੂੰ ਦਿੱਤਾ ਹੋਵੇਗਾ ਕੋਈ ਆਈਡੀਆ ਕਿ ਤੁਸੀਂ ਆਪਣਾ ਕਰ ਲਓ, ਉਹਦੇ ਵਿੱਚ ਕੁਝ ਅਸਰ ਪੰਜਾਬ ਤੇ ਵੀ ਪਵੇਗਾ, ਨਹੀਂ ਤੇ ਹਰਿਆਣੇ ਦੇ ਸਿੱਖਾਂ ਤੇ ਤਾਂ ਪਵੇਗਾ ਹੀ। ਸੋ ਇਹ ਕੁਝ ਕਹਾਣੀਆਂ ਹੈਗੀਆਂ ਨੇ। ਤਾਂ ਚਲੋ ਦੇਖਦੇ ਆ ਯੂਨੀਵਰਸਿਟੀ ਹੁਣ ਕਿੰਨੇ ਚਿਰ 'ਚ ਬਣੇਗੀ, ਕਿੰਨੇ ਚਿਰ ਦੇ ਵਿੱਚ ਸਾਰਾ ਕੁਝ ਕੰਪਲੀਟ ਕਰ ਲਿਆ ਜਾਏਗਾ। ਐਲਾਨ ਇਹਨਾਂ ਨੇ ਵੱਡੇ ਕੀਤੇ ਆ, ਵਿਧਾਨ ਸਭਾ ਦਾ ਸੈਸ਼ਨ ਵੀ ਉੱਥੇ ਸੱਦਿਆ, ਚਲੋ ਠੀਕ ਆ। ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਲੱਗੀ ਕਿ ਵਿਧਾਨ ਸਭਾ ਦਾ ਸੈਸ਼ਨ ਸੱਦਿਆ, ਇੰਨਾ ਖਰਚਾ ਕੀਤਾ, ਤੁਸੀਂ ਵੇਖਿਆ ਕਿ ਉਹਦਾ ਆਊਟਪੁੱਟ ਕੀ ਆ। ਗੁਰੂ ਸਾਹਿਬਾਨ ਦੀ ਤੇ ਚਲੋ ਉਪਮਾ ਜਿੰਨੀ ਵੀ ਕੀਤੀ ਜਾਵੇ, ਵਡਿਆਈ ਕੀਤੀ ਜਾਵੇ, ਉਹ ਥੋੜੀ ਆ। ਉਹ ਤੇ ਤੁਹਾਡੇ ਪ੍ਰੋਗਰਾਮ ਚੱਲ ਹੀ ਰਹੇ ਸਨ, ਪ੍ਰਚਾਰਕ, ਢਾਡੀ, ਰਾਗੀ, ਉਹ ਸਾਰੇ ਜਿੰਨੇ ਮਰਜ਼ੀ ਬੁਲਾ ਲਓ ਤਾਂ ਚੱਲ ਰਹੇ ਸਨ। ਪਰ ਵਿਧਾਨ ਸਭਾ ਦੇ ਵਿੱਚ ਨਵੇਕਲਾ ਕੀ ਸੀਗਾ? ਸਿਰਫ ਤੇ ਸਿਰਫ ਮਤਲਬ ਕਿ ਇੱਕ ਮਤਾ ਇਹੋ ਹੀ ਆਇਆ ਨਾ ਕਿ ਪਵਿੱਤਰ ਸ਼ਹਿਰ, ਤੇ ਉਹਦੀ ਵਿਆਖਿਆ ਹਾਲੇ ਤੱਕ ਤੈਅ ਨਹੀਂ ਹੋਈ, ਨੋਟੀਫਾਈਡ ਨਹੀਂ ਹੋਈ ਗੁਰਪ੍ਰੀਤ। ਤੇ ਇੰਟਰਸਟਿੰਗ ਗੱਲ ਹੈ। ਖੈਰ ਚਲੋ ਆਯੋਜਨ ਇਹਨਾਂ ਨੇ ਕਰ ਲਿਆ। ਮੈਂ ਜਿਵੇਂ ਕਹਾਂ ਕਿ ਬਈ ਠੀਕ ਆ, ਸਲੌਤਾ ਆਪਣੀ ਜਗ੍ਹਾ ਕਿ ਕੁਝ ਅੱਛੇ ਇਹਨਾਂ ਦੇ ਉਦਮ ਵੀ ਸਨ, ਪਰ ਕੁਝ ਆਲੋਚਨਾਵਾਂ ਵੀ ਇਹਨਾਂ ਨੂੰ ਝੱਲਣੀਆਂ ਪੈ ਰਹੀਆਂ। ਜੀ ਜੀ
ਇਸ ਤੋਂ ਅੱਗੇ ਜੇਕਰ ਆਪਾਂ ਚੱਲੀਏ ਤਾਂ ਉੱਧਰ ਪੰਜਾਬ ਦੇ ਡੀਜੀਪੀ ਨੂੰ ਇਲੈਕਸ਼ਨ ਕਮਿਸ਼ਨ ਸਾਹਮਣੇ ਤਲਬ ਕਰ ਲਿਆ ਗਿਆ ਹੈ। ਇਹ ਮਾਮਲਾ ਗੈਂਗਸਟਰਵਾਦ ਵਾਲੇ ਰੌਲੇ ਨਾਲ ਹੀ ਜਾ ਜੁੜਦਾ ਹੈ ਜਾਂ ਗੱਲ ਕੋਈ ਹੋਰ ਹੈ ਜੀ? ਨਹੀਂ ਦੇਖੋ, ਜਿਹੜਾ ਗੈਂਗਸਟਰਵਾਦ ਦਾ ਹੁੰਦਾ ਮਸਲਾ ਉਹ ਇੱਕ ਵੱਖਰੀ ਚੀਜ਼ ਆ, ਉਹ ਪੰਜਾਬ ਜੀ, ਦੇ ਲਿਹਾਜ਼ ਨਾਲ ਆ। ਪਰ ਜਦੋਂ ਜੀ, ਕੋਡ ਆਫ ਕੰਡਕਟ ਲੱਗਾ ਹੁੰਦਾ, ਉਹਦੇ ਵਿੱਚ ਕੁਝ ਚੀਜ਼ਾਂ ਵਾਪਰਦੀਆਂ ਤਾਂ ਫਿਰ ਉਦੋਂ ਪੁਲਿਸ ਦੀ ਜਵਾਬ ਤਲਬੀ ਹੁੰਦੀ ਆ। ਕਿਉਂ? ਕਿਉਂਕਿ ਉੱਥੇ ਜੋ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪ੍ਰਸ਼ਾਸਕੀ ਤਾਕਤ ਦਾ ਕੇਂਦਰ ਹੁੰਦਾ ਹੈ, ਉਹ ਚੋਣ ਕਮਿਸ਼ਨ ਆਫ ਇੰਡੀਆ ਹੁੰਦਾ ਹੈ, ਇਲੈਕਸ਼ਨ ਜੀ, ਕਮਿਸ਼ਨ ਆਫ। ਤਾਂ ਕਿਉਂਕਿ ਅਕਾਲੀਆਂ ਨੇ ਸ਼ਿਕਾਇਤਾਂ ਕੀਤੀਆਂ ਕਿ ਕੰਚਨਪ੍ਰੀਤ, ਬੀਬੀ ਰੰਧਾਵਾ ਤੇ ਕੁਝ ਹੋਰ ਅਕਾਲੀਆਂ ਦੇ ਖਿਲਾਫ ਪਰਚੇ ਦਿੱਤੇ ਗਏ। ਤੁਸੀਂ ਹਿਸਾਬ ਲਾ ਲਓ ਨਾ ਕਿ ਇਹਨਾਂ ਦਾ ਗੁਰਸੇਵਕ ਸ਼ੇਖ ਚੁੱਕਿਆ ਸੀ, ਇਹਨਾਂ ਨੇ ਸਾਬਕਾ ਚੇਅਰਮੈਨ, ਉਹਦੀ ਵੀ ਜੀ, ਜ਼ਮਾਨਤ ਹੋ ਗਈ। ਇਹਨਾਂ ਜੀ, ਦੀਆਂ ਗ੍ਰਿਫਤਾਰੀਆਂ ਟਿਕ ਹੀ ਨਹੀਂ ਸਕੀਆਂ ਸਾਹਿਬ। ਕੰਚਨਪ੍ਰੀਤ ਦੇ ਮਾਮਲੇ ਦੇ ਵਿੱਚ ਤੇ ਮੈਨੂੰ ਪਤਾ ਲੱਗਿਆ ਕਿ ਵਿਧਾਇਕ ਬਣਨ ਤੋਂ ਪਹਿਲਾਂ ਹੀ ਹਰਮੀਤ ਸੰਧੂ ਨੇ ਜ਼ਿਲ੍ਹੇ ਦੇ ਜਿਹੜੇ ਵੱਡੇ ਅਫਸਰ ਹੁੰਦੇ ਆ, ਜਿੱਦਾਂ ਡੀਸੀ ਜਾਂ ਐਸਐਸਪੀ, ਉਹਨਾਂ ਨੇ ਮੀਟਿੰਗ ਕਰ ਲਈ ਸੀ ਤੇ ਵਿਉਂਤ ਜੀ, ਬਣਾਈ ਗਈ ਸੀਗੀ ਕਿ ਇਸ ਨੂੰ ਫੜ ਲਿਆ ਜਾਵੇ, ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਜਾਵੇ। ਪਰ ਉਸ ਵਿਉਂਤ ਦੇ ਵਿੱਚ ਕਾਮਯਾਬ ਨਹੀਂ ਸਾਨੂੰ। ਤਾਂ ਜੀ, ਚਲੋ, ਹੋਰ ਐਫ ਆਈ ਆਰ ਕੱਢ ਦਿੱਤੀਆਂ ਗਈਆਂ 3-4 ਜ਼ਿਲ੍ਹਿਆਂ ਦੇ ਵਿੱਚ, ਕਿਸੇ ਤੇ ਚੌਲਾਂ ਦੀ ਬੋਰੀ ਪਾ ਦਿੱਤੀ, ਕਿਸੇ ਤੇ ਕੁਛ ਪਾ ਦਿੱਤਾ। ਤਾਂ ਤਕਰੀਬਨ ਲਾ ਲਓ ਕਿ ਇਦਾਂ ਕਰਦਿਆਂ ਕਰਾਉਂਦਿਆਂ 70-80 ਅਕਾਲੀ ਦਲ ਦੇ ਜਿਹੜੇ ਇਹਨਾਂ ਦੇ ਵਰਕਰ ਸੀ ਜਾਂ ਲੀਡਰ ਸੀ, ਉਹਨਾਂ ਨੂੰ ਨਾਮਜ਼ਦ ਕੀਤਾ ਗਿਆ ਪਰਚਿਆਂ 'ਚ। ਤਾਂ ਜੀ, ਉਹੀ ਸ਼ਿਕਾਇਤ ਸੀ, ਕਿਉਂਕਿ ਦੇਖੋ ਕੰਚਨਪ੍ਰੀਤ ਨੂੰ ਗ੍ਰਿਫਤਾਰ ਨਾ ਕਰਨ ਦਾ ਇੱਕ ਵੱਡਾ ਕਾਰਨ ਇਹ ਵੀ ਸੀ ਕਿ ਚੱਲਦੀ ਚੋਣ ਦੇ ਵਿੱਚ ਜੇਕਰ ਕੰਚਨਪ੍ਰੀਤ ਨੂੰ ਗ੍ਰਿਫਤਾਰ ਕੀਤਾ ਜਾਂਦਾ, ਜਿਵੇਂ ਇੱਕ ਮੈਸੇਜ ਗਿਆ ਚਲਾ ਸੀਗਾ ਕਿ ਸੁਖਬੀਰ ਸਿੰਘ ਬਾਦਲ ਨੇ ਰਵਜੋਤ ਗਰੇਵਾਲ ਜੀ ਨੂੰ ਸਸਪੈਂਡ ਕਰਵਾ ਦਿੱਤਾ ਹੈ, ਜੀ, ਤਾਂ ਉਹ ਵੀ ਇੱਕ ਡਰ ਸੀ ਇਹਨਾਂ ਨੂੰ। ਹੁਣ ਤੇ ਕੰਚਨਪ੍ਰੀਤ ਨੂੰ ਵੀ ਰਾਹਤ ਮਿਲ ਗਈ ਹੈ ਨਾ, ਜ਼ਮਾਨਤਾਂ ਹੋ ਗਈਆਂ। ਤਾਂ ਗੱਲ ਇਹ ਆ ਕਿ ਉਹ ਜਿਹੜੀਆਂ ਸ਼ਿਕਾਇਤਾਂ ਸੀ, ਉਹ ਜਿਹੜੇ ਪਰਚੇ ਸੀ ਜਿਨ੍ਹਾਂ ਦੇ ਵਿੱਚ, ਅੱਛਾ ਇਹਦੇ ਚ ਤੁਹਾਨੂੰ ਮੈਂ ਇੱਕ ਚੀਜ਼ ਹੋਰ ਦੱਸ ਦਿੰਦਾ। ਇੱਕ ਨਾ ਆਈਪੀਐਸ ਬੀਬੀ ਆਈ ਸੀ, ਉਹਦਾ ਨਾਂ ਸੀ ਸ਼ਾਇਦ ਸ਼ਾਈਨੀ ਐਸ, ਜੇ ਮੈਂ ਨਹੀਂ ਜੀ, ਭੁੱਲਦਾ। ਉਹ ਸੀ ਆਬਜ਼ਰਵਰ। ਜੀ, ਕਿਸੇ ਦੀ ਬਹੁਤੀ ਨਿਗਾਹ ਉਹਨਾਂ ਉੱਪਰ ਪਈ ਨਹੀਂ, ਠੀਕ ਹੈ ਨਾ। ਜਿਵੇਂ ਤੁਸੀਂ ਇੱਕ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਇੰਟਰਵਿਊ ਚ ਸ਼ਾਇਦ ਸੁਣਿਆ ਹੋਏਗਾ ਕਿ ਇੱਕ ਵਾਰੀ ਜੰਮੂ ਕਸ਼ਮੀਰ ਚ ਸ਼ਾਇਦ ਉਹਨਾਂ ਨੂੰ ਆਬਜ਼ਰਵਰ ਬਣਾ ਕੇ ਭੇਜਿਆ ਗਿਆ ਸੀਗਾ। ਜੀ, ਤਾਂ ਇਦਾਂ ਉਹ ਆਬਜ਼ਰਵਰ ਸਨ। ਤਾਂ ਹੀ ਆਪਾਂ ਕਹਿੰਦੇ ਆ ਕਿ ਮਾਫ ਕਰਨਾ, ਤਰਨਤਾਰਨ ਵਰਗੀ ਸੀਟ ਤੇ ਬਈ ਅਮਨ ਅਮਾਨ ਦੇ ਨਾਲ ਇੰਨਾ ਇਲੈਕਸ਼ਨ ਜਿਹੜਾ ਹੋ ਜਾਣਾ, ਉਹ ਵੀ ਜੀ, ਅਚਰਜ ਵਾਲੀ ਗੱਲ ਆ। ਪਰ ਉਹਦੇ ਵਿੱਚ ਉਸ ਆਈਪੀਐਸ ਅਫਸਰ ਬੀਬੀ ਦਾ ਬਹੁਤ ਵੱਡਾ ਯੋਗਦਾਨ ਸੀ। ਅੱਛਾ, ਜਿਹੜੀ ਤੇ ਇਨਵੈਸਟੀਗੇਸ਼ਨ ਕੀਤੀ ਆ ਸਪੈਸ਼ਲ ਡੀਜੀਪੀ ਰਾਮ ਸਿੰਘ ਜੀ ਨੇ, ਉਹਦੇ ਜੀ, ਵਿੱਚ ਰਵਜੋਤ ਗਰੇਵਾਲ ਨੂੰ ਕਲੀਨ ਚਿੱਟ ਸੀ। ਪਰੰਤੂ ਜੋ ਉਸ ਆਬਜ਼ਰਵਰ ਦੀ ਆਬਜ਼ਰਵੇਸ਼ਨ ਸੀ, ਉਹਦੇ ਮੁਤਾਬਕ ਰਵਜੋਤ ਗਰੇਵਾਲ ਜੀ ਨਾਲ ਉਹ ਅਸਹਿਮਤ ਸਨ ਕਿ ਇਹ ਵਿਦੋਸ਼ ਨਹੀਂ ਹੈ। ਤਾਂ ਜੀ, ਮਤਲਬ ਕਿ ਇਸ ਤਰ੍ਹਾਂ ਜਿਹੜੀ ਬੀਬੀ ਉਹ ਆਈਪੀਐਸ ਲਾਈ ਸੀ ਕੇਂਦਰੀ ਚੋਣ ਕਮਿਸ਼ਨ ਵੱਲੋਂ, ਕਹਿ ਲਓ ਆਬਜ਼ਰਵਰ ਦੇ ਤੌਰ ਤੇ, ਤਾਂ ਇਹ ਫਿਰ ਉਹ ਜੋ ਫਾਈਂਡਿੰਗਸ ਵਗੈਰਾ ਜੋ ਵੀ ਹੁੰਦੀਆਂ ਨੇ ਜਾਂ ਰਿਪੋਰਟ ਦੇ ਵਿੱਚ ਜੋ ਤੱਥ ਪੇਸ਼ ਕੀਤੇ ਜਾਂਦੇ ਨੇ, ਉਹਦੇ ਆਧਾਰ ਤੇ ਹੀ ਕਹਿ ਲਓ ਕਿ ਗੌਰਵ ਯਾਦਵ ਜੀ ਨੂੰ ਦਿੱਲੀ ਬੁਲਾਇਆ ਗਿਆ। ਤਾਂ ਹੁਣ ਦੇਖੋ, ਇਹ ਦੁਪਹਿਰੇ ਉੱਥੇ ਦਿੱਲੀ ਪਹੁੰਚ ਗਏ ਸੀਗੇ। ਦੇਖਦੇ ਆ ਕੀ ਗੱਲਬਾਤ ਹੋਈ ਹੋਏਗੀ, ਕਿਉਂਕਿ ਇਹ ਤੇ ਬੰਦ ਕਮਰੇ ਦੀਆਂ ਗੱਲਾਂ ਹੁੰਦੀਆਂ ਨੇ ਗੁਰਪ੍ਰੀਤ। ਮੈਂ ਤਾਂ ਤੁਹਾਨੂੰ ਪਿਛੋਕੜ ਦੱਸ ਦਿੱਤਾ, ਕਾਰਨ ਦੱਸ ਦਿੱਤੇ, ਉੱਥੇ ਅੰਦਰ ਕੀ ਬੀਤੀ ਹੋਊਗੀ, ਕੀ ਬੀਤੀ ਮਿੱਤਰਾਂ ਦੇ ਨਾਲ, ਇਹ ਤੇ ਹੁਣ ਗੌਰਵ ਯਾਦਵ ਜੀ ਦੱਸ ਸਕਦੇ ਨੇ। ਯਾਨੀ ਹਾਲੇ ਤੱਕ ਕੋਈ ਇਸ ਜਵਾਬ ਤਲਬੀ ਦੇ ਵਿੱਚੋਂ ਕੁਝ ਵੱਡਾ ਨਿਕਲਿਆ ਨਹੀਂ ਹੈ, ਐਸਾ ਕੁਝ ਵੀ ਰਿਪੋਰਟ ਨਹੀਂ ਹੋਇਆ। ਸਵੇਰ ਤੱਕ ਵੇਟ ਕਰਨਾ ਪਊਗਾ। ਜੀ, ਸਵੇਰ ਤੱਕ ਵੇਖਦੇ ਹਾਂ ਬਣਦਾ ਕੀ ਆ। ਅੱਗੇ ਜੇਕਰ ਆਪਾਂ ਚੱਲੀਏ ਤਾਂ ਯੂਨੀਵਰਸਿਟੀ ਮਾਮਲੇ ਦੇ ਵਿੱਚ ਜਿੱਥੇ ਸਵੇਰ ਨੂੰ ਭਲਕੇ 26 ਤਰੀਕ ਹੈ, ਵੈਸੇ ਤਾਂ 26 ਨੂੰ ਬਹੁਤ ਸਾਰੀਆਂ ਕਾਲਾਂ ਨੇ, ਟ੍ਰੇਡ ਯੂਨੀਅਨਾਂ ਨੇ ਵੀ ਆਪਣਾ ਰੋਸ ਜ਼ਾਹਰ ਕਰਨਾ ਹੈ। ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਵੀ ਚੰਡੀਗੜ੍ਹ ਵੱਲ ਕੂਚ ਕਰਨੀ ਹੈ ਤੇ 26 ਦੀ ਹੀ ਕਾਲ ਯੂਨੀਵਰਸਿਟੀ ਦੇ ਵੱਲੋਂ ਦਿੱਤੀ ਗਈ ਸੀ, ਯੂਨੀਵਰਸਿਟੀ ਬਚਾਓ ਮੋਰਚਾ ਵੱਲੋਂ ਦਿੱਤੀ ਗਈ ਸੀ ਵੀ ਯੂਨੀਵਰਸਿਟੀ ਭਾਈ ਬੰਦ ਰਹੂਗੀ। ਕਹਿੰਦੇ ਤਰੀਕ ਤਾਂ ਅਨਾਉਂਸ ਨਹੀਂ ਹੋਈ, ਸ਼ਡਿਊਲ ਜਾਰੀ ਨਹੀਂ ਹੋਇਆ ਤੇ ਹੁਣ ਮਾਹੌਲ ਉੱਥੇ ਤਣਾਅਪੂਰਨ ਬਣਦਾ ਜਾ ਰਿਹਾ ਹੈ ਜੀ। ਹਾਂਜੀ ਬਿਲਕੁਲ, ਦੇਰ ਸ਼ਾਮ ਸਟੂਡੈਂਟਾਂ ਨੇ ਗੇਟ ਨੰਬਰ 2 ਨੂੰ ਬੰਦ ਕਰ ਦਿੱਤਾ ਹੈ ਤੇ ਇਹਦੇ ਬਾਅਦ ਉਹ ਧਰਨਾ ਲਾ ਕੇ ਬਹਿ ਗਏ ਆ। ਤੇ ਇਸੇ ਗੇਟ ਤੋਂ ਹੀ ਜੇ ਤੁਸੀਂ ਦੇਖੋਗੇ ਤਾਂ ਯੂਨੀਵਰਸਿਟੀ ਦੇ ਅੰਦਰ ਜ਼ਿਆਦਾਤਰ ਆਵਾਜਾਈ ਹੁੰਦੀ ਆ।
ਜੀ, ਤੇ ਦੂਜੇ ਪਾਸੇ ਜੇ ਆਪਾਂ ਵੇਖੀਏ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਇਲੈਕਸ਼ਨ ਦੀ ਤਰੀਕ ਨਾ ਹੋਣ ਦੇ ਕਰਕੇ ਵਿਦਿਆਰਥੀ ਪ੍ਰਦਰਸ਼ਨ ਦੀ ਪੂਰੀ ਸੰਭਾਵਨਾ ਜੀ, ਕਾਲ ਹੈਗੀ ਆ। ਬਿਲਕੁਲ ਤੁਹਾਡੀ ਗੱਲ ਦਰੁਸਤ ਆ। ਇੱਧਰ ਜਿਹੜਾ ਯੂਨੀਵਰਸਿਟੀ ਦਾ ਪ੍ਰਸ਼ਾਸਨ ਆ, ਉਹਨਾਂ ਨੇ ਸ਼ਾਇਦ ਛੁੱਟੀ ਐਲਾਨ ਕੇ ਤੇ ਮੇਰੇ ਖਿਆਲ ਦੇ ਨਾਲ ਪ੍ਰੀਖਿਆ ਦਾ ਜਿਹੜਾ ਕੇਂਦਰ ਸੀ ਉਹ ਵੀ ਬਦਲ ਦਿੱਤਾ। ਉਹਦਾ ਵੀ ਜੀ, ਵਿਰੋਧ ਚੱਲ ਪਿਆ। ਬਿਲਕੁਲ ਤੁਹਾਡੀ ਗੱਲ ਦਰੁਸਤ ਆ ਕਿ ਕੱਲ ਕਿਸਾਨ ਜਥੇਬੰਦੀਆਂ ਵੀ ਪਹੁੰਚ ਰਹੀਆਂ ਨੇ। ਜੇ ਉੱਥੇ ਇਸ ਤਰ੍ਹਾਂ ਦਾ ਇਕੱਠ ਹੋ ਜਾਂਦਾ ਹੈ ਜੀ, ਤਾਂ ਮਤਲਬ ਕਿ ਸੈਂਟੀਮੈਂਟ ਤੇ ਤਕਰੀਬਨ ਤੁਹਾਨੂੰ ਪਤਾ ਇੱਕੋ ਹੀ ਆ ਨਾ, ਪੰਜਾਬੀਅਤ ਪੰਜਾਬ। ਜੀ, ਤਾਂ ਇੱਥੇ ਫੇਰ ਮਾਹੌਲ ਜਿਵੇਂ ਪਿਛਲੀ ਵਾਰੀ ਤੁਸੀਂ ਗਏ ਹੀ ਸੀਗੇ ਚੰਡੀਗੜ੍ਹ, ਵੈਸਾ ਜੀ, ਹੀ ਮਾਹੌਲ ਜਿਹੜਾ ਸਟ੍ਰੈਸ ਵਾਲਾ ਬਣ ਸਕਦਾ ਹੈ। ਜਿਵੇਂ ਸ਼ੁਰੂ ਹੋ ਗਿਆ, ਉਹਨਾਂ ਨੇ ਗੇਟ ਮੰਨ ਲਿਆ ਵੀ ਕੱਲ ਨੂੰ ਆ ਕੇ ਬੈਰੀਕੇਡਿੰਗ ਕਰਨਗੇ ਜਾਂ ਵਗੈਰਾ ਵਗੈਰਾ ਕੁਝ ਹੋਰ ਪ੍ਰਬੰਧ ਕਰਨਗੇ ਉਸ ਤੋਂ ਪਹਿਲਾਂ ਹੀ। ਕਿਉਂਕਿ ਅੱਜ ਚੰਡੀਗੜ੍ਹ ਦੇ ਵਿੱਚੋਂ ਪੁਲਿਸ ਅਫੀਸ਼ੀਅਲ ਕਹਿ ਰਹੇ ਸਨ ਕਿ ਅਸੀਂ 3000 ਜਵਾਨ ਤਾਇਨਾਤ ਕਰਾਂਗੇ। ਤੁਸੀਂ ਸੋਚ ਕੇ ਦੇਖੋ ਕਿੱਡੀ ਵੱਡੀ ਨਫਰੀ ਹੈ। ਜੀ, ਪਰ ਦੂਜੇ ਪਾਸੇ ਇਸ ਹਿਲਜੁਲ ਨੂੰ ਜਿਵੇਂ ਆਪਾਂ ਅੱਜ ਦੇਰ ਸ਼ਾਮ ਤੋਂ ਹੀ ਦੇਖ ਰਹੇ ਤੇ ਇਹਦਾ ਮਤਲਬ ਹੈ ਕਿ ਭਲਕ ਦਾ ਮਾਹੌਲ ਜਿਹੜਾ ਹੈ ਉਹ ਕਾਫੀ ਭਖਿਆ ਹੋਊਗਾ। ਇਸ ਦਰਮਿਆਨ ਦੇਖੋ ਹੁੰਦਾ ਕੀ ਆ ਕਿ 2 ਕੇ 3 ਦਿਨ ਪਹਿਲਾਂ ਜਿਹੜੇ ਵੀਸੀ ਸਾਹਿਬ ਆਏ ਜੀ, ਉਹ ਤੇ ਰਜਿਸਟਰਾਰ ਚਾਂਸਲਰ ਨੂੰ ਮਿਲ ਕੇ ਆਏ ਨੇ। ਚਾਂਸਲਰ ਹੁੰਦਾ ਹੈ ਤੁਹਾਨੂੰ ਪਤਾ ਹੀ ਆ ਉਪ ਰਾਸ਼ਟਰਪਤੀ। ਜੀ, ਪਰ ਇਸ ਦੇ ਬਾਵਜੂਦ 3-4 ਦਿਨ ਬੀਤਣ ਦੇ ਬਾਵਜੂਦ ਕੋਈ ਵੀ ਡੇਟ ਡਿਕਲੇਅਰ ਨਹੀਂ ਹੋਈ। ਮੇਰੇ ਖਿਆਲ ਦੇ ਨਾਲ ਕੇਂਦਰ ਸਰਕਾਰ ਨੂੰ ਇਸ ਪਾਸੇ ਸੋਚਣਾ ਚਾਹੀਦਾ ਸੀ। ਪਰ ਤੁਹਾਨੂੰ ਜੀ, ਇਹ ਵੀ ਪਤਾ, ਕਾਬਲੇ ਗੌਰ ਹੀ ਆ ਕਿ ਯੂਨੀਵਰਸਿਟੀ ਦੇ ਬਰੋਬਰ ਹੀ ਚੰਡੀਗੜ੍ਹ ਵਾਲਾ ਮੁੱਦਾ ਵੀ ਜਿਹੜਾ ਬਹੁਤ ਜ਼ਿਆਦਾ ਭਖ ਗਿਆ ਸੀਗਾ। ਤਾਂ ਜੀ, ਦੇਖਦੇ ਆ ਗੁਰਪ੍ਰੀਤ ਕੀ ਹੁੰਦਾ ਹੈ। ਪਰ ਮੈਨੂੰ ਲੱਗਦਾ ਕਿ ਚੰਡੀਗੜ੍ਹ ਪ੍ਰਸ਼ਾਸਨ ਚਾਹੇਗਾ ਕਿ ਬੈਰੀਕੇਡਿੰਗ ਦੇ ਜ਼ਰੀਏ, ਨਾਕਿਆਂ ਦੇ ਜ਼ਰੀਏ ਵੱਧ ਤੋਂ ਵੱਧ ਲੋਕਾਂ ਨੂੰ ਰੋਕ ਲਿਆ ਜਾਵੇ ਤਾਂ ਕਿ ਘੱਟ ਤੋਂ ਘੱਟ ਚੰਡੀਗੜ੍ਹ ਪਹੁੰਚ ਸਕਣ। ਪਰ ਆਪਾਂ ਦੇਖਦੇ ਹਾਂ ਅਕਸਰ ਕਿ ਜਦੋਂ ਵੀ ਇਧਰੋਂ ਹੁਣ, ਕਿਉਂਕਿ ਤੁਹਾਨੂੰ ਪਤਾ ਹੀ ਆ ਕਿਸਾਨ ਧਿਰਾਂ ਜਿਹੜੀਆਂ ਉਹ ਵੀ ਹੁਣ ਦੁਬਾਰਾ ਜਥੇਬੰਦ ਹੋ ਰਹੀਆਂ ਨੇ, ਤਾਕਤ ਫੜ ਰਹੀਆਂ ਹੈ। ਕੁਝ ਯੂਥ ਆ ਪੰਜਾਬ ਦਾ, ਠੀਕ ਹੈ, ਬਾਕੀ ਤੁਹਾਨੂੰ ਪਤਾ ਖੌਰੂ ਪਾਊ ਵੀ ਬਥੇਰੇ ਹੁੰਦੇ ਨੇ। ਤਾਂ ਉਹ ਮਤਲਬ ਜੀ, ਕਿ ਉਧਰ ਨੂੰ ਤੁਰਦੇ ਨੇ ਜਦੋਂ, ਤਾਂ ਉਹ ਇਹਨਾਂ ਦੇ ਪ੍ਰਬੰਧ ਮਤਲਬ ਕਿ ਹੈ ਨਹੀਂ ਉਹਨੇ ਪਾਏਦਾਰ ਹੁਣ। ਜੀ, ਅੱਗੇ ਛੋਟੇ ਜਥਿਆਂ ਨੂੰ ਤਾਂ ਰੋਕ ਲੈਂਦੇ ਹੁੰਦੇ ਸੀ, ਹੂੰ, ਛੋਟੇ ਮਤਲਬ ਕਿ ਜਿਹੜੇ ਸਮੂਹ ਹੁੰਦੇ ਸੀ ਉਹਨਾਂ ਨੂੰ ਰੋਕ ਲੈਂਦੇ ਸੀ। ਪਰ ਹੁਣ ਗਿਣਤੀ ਇੰਨੀ ਹੁੰਦੀ ਆ ਜਥੇਬੰਦਕ, ਮੈਂ ਜਿਵੇਂ ਕਿਹਾ ਕਿ ਤਾਕਤਾਂ ਜਿਹੜੀਆਂ ਨੇ ਉਹ ਵੱਧਦੀਆਂ ਘਟਦੀਆਂ ਰਹਿੰਦੀਆਂ ਨੇ। ਹੁਣ ਜਥੇਬੰਦਕ ਤਾਕਤ ਬਹੁਤ ਵੱਡੀ ਆ, ਮਤਲਬ ਕਿ ਸਟੂਡੈਂਟਾਂ ਦੀ ਕਾਲ ਹੈ ਤਾਂ ਉਧਰ ਕਿਸਾਨ ਆ ਜਾਂਦੇ ਆ, ਕਿਸਾਨਾਂ ਦੀ ਕਾਲ ਹੈ ਤਾਂ ਉਧਰ ਯੂਥ ਆ ਜਾਂਦਾ ਹੈ। ਤੇ ਇਸ ਕਰਕੇ ਜਥੇਬੰਦਕ ਜਿਹੜੀ ਤਾਕਤ ਹੈ ਨਾ ਇਹ ਜੁਟ ਰਹੀ ਹੈ। ਇਸ ਜੀ, ਵਾਸਤੇ ਇਹਨਾਂ ਦੇ ਪ੍ਰਸ਼ਾਸਨ ਦੇ ਜਿਹੜੇ ਪ੍ਰਬੰਧ ਨੇ ਕਾਫੀ ਹੁੰਦੇ ਨੇ। ਤਾਂ ਦੇਖੋ ਹੁਣ ਕੀ ਕਰਦੇ ਆ ਕੱਲ ਨੂੰ। ਪਰ ਮੈਨੂੰ ਹੂੰ, ਲੱਗਦਾ ਉਹਨਾਂ ਦਾ ਯਤਨ ਰਹੇਗਾ ਕਿ ਜਿਹੜੇ ਐਂਟਰੀ ਪੁਆਇੰਟ ਆ ਉਹਨਾਂ ਨੂੰ ਬਿਲਕੁਲ ਚੋਕ ਕਰ ਦਿੱਤਾ ਜਾਵੇ, ਬਲੌਕ ਕਰ ਦਿੱਤਾ ਜਾਵੇ ਤਾਂ ਕਿ ਇਧਰੋਂ ਨਾ ਆਉਣ, ਵੱਡੇ ਵੱਡੇ ਸਮੂਹ ਨਾ ਆਉਣ। ਹੂੰ, ਜੀ, ਜੀ। ਪਿਛਲੀ ਵਾਰ ਵਾਲੀਆਂ ਗਲਤੀਆਂ ਸ਼ਾਇਦ ਨਾ ਦੁਹਰਾਈਆਂ ਜਾਣ ਜਾਂ ਉਸ ਤੋਂ ਸਿੱਖ ਕੇ ਐਤਕੀ ਉਸ ਤੋਂ ਵੀ ਤਕੜੇ ਪ੍ਰਬੰਧ ਕੀਤੇ ਜਾਣ। ਸੋ ਵੈਸੇ ਦੱਸਿਆ ਜਾ ਰਿਹਾ ਹੈ ਕਿ ਰੋਡ ਕਾਫੀ ਡਾਇਵਰਟ ਕੀਤੇ ਗਏ ਨੇ, ਟ੍ਰੈਫਿਕ ਨੂੰ ਡਾਇਵਰਟ ਕਰ ਦਿੱਤਾ ਗਿਆ ਹੈ। ਹਾਂ, ਫਿਰ ਵੇਖਦੇ ਉਹੀ ਹਾਂ ਹੈ ਨਾ, ਬਾਕੀ। ਪੁਆਇੰਟ ਬਣਾ ਜੀ, ਲਏ ਹੋਣੇ ਨਾ ਗੁਰਪ੍ਰੀਤ। ਜੀ, ਤਾਂ ਜੀ, ਹੀ ਜਿਹੜਾ ਹੁੰਦਾ ਟ੍ਰੈਫਿਕ ਡਾਇਵਰਟ ਕਰਨ ਦਾ ਮਤਲਬ ਇਹੀ ਹੁੰਦਾ ਕਿ ਪੁਲਿਸ ਪਹਿਲਾਂ ਤੋਂ ਤਿਆਰੀ ਕਰਨ ਲੱਗ ਪੈਂਦੀ ਹੈ ਮੈਪ ਰੱਖ ਕੇ ਕਿ ਜੀ, ਇਧਰੋਂ ਅਸੀਂ ਆਮ ਜਨ ਜੀਵਨ ਜਿਹੜਾ ਹੈ ਉਹ ਚੱਲਦਾ ਰੱਖਾਂਗੇ ਤੇ ਆਹ ਚੀਜ਼ਾਂ ਜਿਹੜੀਆਂ ਬਲੌਕ ਕੀਤੀਆਂ ਜਾ ਸਕਦੀਆਂ। ਤੇ ਇਹ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਸ਼ਾਇਦ ਇਹਨਾਂ ਦੀ ਪਲੈਨਿੰਗ ਇਸ ਤਰ੍ਹਾਂ ਦੀ ਹੋਏਗੀ ਕਿ ਪਿਛਲੇ ਵਾਰ ਵਾਂਗ ਨਾ ਹੋਵੇ। ਜੀ, ਪਿਛਲੀ ਵਾਰ ਵਾਂਗ ਨਾ ਹੋਵੇ ਪਰ ਪੀਯੂ ਦੀ ਜਿਹੜੀ ਜਿਓਗ੍ਰਾਫੀਕਲ ਲੋਕੇਸ਼ਨ ਉਹਦੇ ਹਿਸਾਬ ਦੇ ਨਾਲ ਇੱਕ ਗੱਲ ਇਹ ਹੋ ਜਾਂਦੀ ਹੈ ਨਾ ਕਿ ਅੱਗੇ ਹੀ ਉਹਦੇ ਪੀਜੀਆਈ ਹੈ, ਉਸ ਕਰਕੇ ਬਹੁਤਾ ਉਸ ਰਾਸਤੇ ਨੂੰ ਬੰਦ ਵੀ ਨਹੀਂ ਕੀਤਾ ਜਾ ਸਕਦਾ। ਇਹ ਵੀ ਇੱਕ ਹਾਂ, ਕਹਿ ਵਿਗਿਆਨ ਲਈਏ ਵੀ ਭਵਨ ਲੂਪ ਵਗੈਰਾ ਇਹ ਹੋਲ ਹੈ। ਜਿਹੜੇ ਰਸਤੇ ਆ ਇਹ ਬਲੌਕ ਨਹੀਂ ਕੀਤੇ ਜਾ ਸਕਦੇ। ਦਰੁਸਤ ਹੈ ਗੱਲ ਤੁਹਾਡੀ। ਇਹ ਲੂਪ ਹੋਲ ਹੈ, ਉਹਦਾ ਹੀ ਕੰਮ, ਉਹਦਾ ਹੀ ਫਾਇਦਾ ਚੱਕ ਕੇ ਬਹੁਤ ਸਾਰੇ ਲੋਕ ਉੱਥੇ ਪਹੁੰਚ ਵੀ ਸਕਦੇ ਨੇ ਆਰਾਮ ਦੇ ਨਾਲ। ਸੋ ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਅਗਲੀ ਗੱਲ ਕਰਦੇ ਹਾਂ, ਗੁਰੂ ਕਾਲ ਦੇ ਸ਼ਸਤਰ ਜਿਹੜੇ ਨੇ ਉਹ ਥਾਣੇ ਦੇ ਵਿੱਚ ਪਏ ਨੇ, ਇਹ ਕਿੱਥੋਂ ਦੀ ਗੱਲ ਹੈ ਜੀ? ਦੇਖੋ ਮੈਂ ਤੇ ਆਪ ਖੁਦ ਹੈਰਾਨ ਰਹਿ ਗਿਆ ਕਿ ਕਰਤਾਰਪੁਰ ਥਾਣੇ ਦੇ ਵਿੱਚ ਗੁਰੂ ਕਾਲ ਦੇ ਸ਼ਸਤਰ ਪਏ ਨੇ। ਇਹ ਜੀ, ਬੜੀ ਮੇਰੇ ਵਾਸਤੇ ਹੈਰਾਨਗੀ ਦੀ ਗੱਲ ਸੀ। ਤਾਂ ਫਿਰ ਜਦੋਂ ਕਿਸੇ ਨੇ ਦੱਸਿਆ ਤੇ ਮੈਂ ਇੱਕਾ ਦੁੱਕਾ ਭਰ ਕੇ ਲਿੰਕ ਖੋਲੇ
ਫਿਰ ਮੈਨੂੰ ਇੱਕ ਗਾਂ ਮਤਲਬ ਕਿ ਅਖਬਾਰ ਦੇ ਵਿੱਚ ਛਪੀ ਖਬਰ ਮਿਲੀ ਆ, ਮੈਂ ਤਾਂ ਜੀ, ਖੁਦ ਦੰਗ ਰਹਿ ਗਿਆ ਕਿ ਇਦਾਂ ਵੀ ਹੁੰਦਾ ਯਾਰ, ਵੀ ਏਡਾ ਏਡਾ ਇਤਿਹਾਸ ਪ੍ਰਤੀ ਆਪਾਂ ਕਹੀਏ ਕਿ ਅਵੇਸਲਾਪਨ। ਖੈਰ, ਹੁਣ ਇਹਦੇ ਵਿੱਚ ਕੀ ਆ ਕਿ ਕਰਤਾਰਪੁਰ ਥਾਣੇ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਤੇ ਗੁਰੂ ਤੇਗ ਬਹਾਦਰ ਜੀ ਨਾਲ ਸੰਬੰਧਿਤ ਸ਼ਸਤਰ ਦੱਸੇ ਜਾਂਦੇ ਆ, ਕਿਉਂਕਿ ਇਹ ਜਿਹੜਾ ਤੁਹਾਨੂੰ ਪਤਾ ਹੈ ਨਾ, ਕਰਤਾਰਪੁਰ ਇਹ ਜਿਹੜਾ ਜੀ, ਕਸਬਾ ਹੈ ਪੰਜਵੇਂ ਪਾਤਸ਼ਾਹ ਨੇ ਵਸਾਇਆ ਸੀ, ਸ਼ਾਇਦ ਜੇ ਮੈਂ ਗਲਤ ਨਹੀਂ ਹਾਂ, ਤੇ ਗੁਰੂ ਜੀ, ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਦੀਆਂ ਵੀ ਇੱਕ ਦੋ ਘਟਨਾਵਾਂ ਦਾ ਇਹ ਚਸ਼ਮਦੀਦ ਰਿਹਾ ਹੈ, ਵੱਡੀਆਂ ਜੀ, ਘਟਨਾਵਾਂ ਦਾ। ਸੋ ਗੱਲ ਇਹ ਆ ਕਿ ਇਹ ਸ਼ਸਤਰ ਜਿਹੜੇ ਆ ਉਹ ਦੱਸਦੇ ਆ ਕਿ ਇੱਕ ਇੱਥੇ ਕੋਈ ਇੰਸਪੈਕਟਰ ਆਏ ਸਨ, ਸੁਰਿੰਦਰਪਾਲ ਸਿੰਘ। ਸਭ ਤੋਂ ਪਹਿਲਾਂ ਉਹਨਾਂ ਨੇ ਮਾਲਖਾਨੇ 'ਚ ਦੇਖੇ ਤੇ ਫਿਰ ਆਪਣੇ ਪੱਧਰ ਤੇ ਉਹਨਾਂ ਨੇ ਇੱਕ ਅਲਮਾਰੀ ਬਣਵਾ ਕੇ, ਕਿਉਂਕਿ ਤੇ ਰੁਲਦੇ ਫਿਰਦੇ ਸਨ, ਜੀ, ਤਾਂ ਉਹ ਤਾਂ ਹੁਣ ਰਿਟਾਇਰਡ ਨੇ, ਤੇ ਦੱਸਦੇ ਕਿ ਸੁਰਿੰਦਰਪਾਲ ਸਿੰਘ ਹੋਰਾਂ ਨੇ ਇੱਕ ਸੁੰਦਰ ਅਲਮਾਰੀ ਬਣਾ ਕੇ ਉਹਦੇ 'ਚ ਸੁਸ਼ੋਭਿਤ ਕਰ ਦਿੱਤੇ। ਜੀ, ਪਰ ਜਿਹੜਾ ਹੁਣ ਦਾ ਉੱਥੇ ਐਸਐਚਓ ਹੈ ਰਮਨਦੀਪ ਸਿੰਘ, ਉਹਨਾਂ ਦਾ ਕਹਿਣਾ ਹੈ ਕਿ ਦੇਖੋ ਗੱਲ ਇਹ ਆ ਕਿ ਸ਼ਸਤਰ ਗੁਰੂ ਕਾਲ ਨਾਲ ਸੰਬੰਧਿਤ ਆ, ਐਸਾ ਸੁਣਿਆ, ਪਰ ਜੀ, ਇਹ ਕਰਤਾਰਪੁਰ ਦੇ ਕੋਈ ਸੋਢੀ ਪਰਿਵਾਰ ਹੈ ਉਹਨਾਂ ਵੱਲੋਂ ਜਮ੍ਹਾਂ ਕਰਵਾਏ ਗਏ ਸਨ ਥਾਣੇ ਦੇ ਵਿੱਚ। ਇਹ ਵੀ ਹੂੰ, ਕਮਾਲ ਦੀ ਗੱਲ ਹੈ। ਫਿਰ ਉਸ ਸੋਢੀ ਫੈਮਿਲੀ ਦਾ ਇਹ ਕਹਿਣਾ ਸੀਗਾ ਕਿ ਦੇਖੋ ਜੀ, ਅਸੀਂ ਹੁਣ ਬਈ ਇਹਨਾਂ ਸ਼ਸਤਰਾਂ ਨੂੰ ਦੁਬਾਰਾ ਹਾਸਲ ਕਰਨ ਵਾਸਤੇ ਚਾਰਾਜੋਈ ਕਰਾਂਗੇ, ਵੀ ਸਾਨੂੰ ਤਾਂ ਪਤਾ ਹੀ ਨਹੀਂ ਸੀ ਇਸ ਸੰਬੰਧ। ਇਹ ਬੜੀ ਜੀ, ਇੰਟਰਸਟਿੰਗ ਗੱਲ ਆ। ਹੁਣ ਦੇਖੋ, ਇਹ ਚੀਜ਼ ਬਾਹਰ ਤੇ ਨਿਕਲ ਰਹੀ ਆ, ਕੁਛ ਆਪਾਂ ਵੀ ਕਰਾਂਗੇ ਇਸ ਤੇ ਹੋਰ ਵੀ ਗੱਲਬਾਤ ਕਰਾਂਗੇ ਆਉਣ ਵਾਲੇ ਸਮੇਂ 'ਚ, ਤੁਸੀਂ ਵੀ ਕਰਿਓ, ਤੁਹਾਨੂੰ ਮੈਂ ਬਹੁਤ ਵਧੀਆ ਟੌਪਿਕ ਦੇ ਦਿੱਤਾ ਹੈ, ਤੁਹਾਡੇ ਜੀ, ਤੇ ਖੇਡਦਾ ਹੈ। ਤਾਂ ਗੱਲ ਇਹ ਆ ਕਿ ਹੁਣ ਇਹਦੇ ਵਿੱਚ ਪਹਿਲਾਂ ਤੇ ਇਹ ਦੇਖਣਾ ਚਾਹੀਦਾ ਹੈ ਕਿ ਜਿਹੜੀਆਂ ਬੰਦੂਕਾਂ ਵਗੈਰਾ, ਤੋੜੇਦਾਰ ਬੰਦੂਕਾਂ ਸ਼ਾਇਦ ਉਦੋਂ ਦੀਆਂ ਹੋਣਗੀਆਂ, ਕਿ ਉਹ ਵਾਕਿਆ ਗੁਰੂ ਕਾਲ ਦੇ ਨਾਲ ਸੰਬੰਧਿਤ ਹਨ ਕਿ ਨਹੀਂ। ਕੋਈ ਜੀ, ਕਮੇਟੀ ਐਸਜੀਪੀਸੀ ਬਣਾ ਦੇ, ਤੇ ਜੀ, ਜੇ ਮੋਹਰ ਲੱਗਦੀ ਹੈ ਤਾਂ ਮੈਨੂੰ ਲੱਗਦਾ ਕਿ ਹੁਣ ਇਸ ਫੈਮਿਲੀ ਨੂੰ ਇਹ ਨਹੀਂ ਦੇਣੇ ਚਾਹੀਦੇ ਸ਼ਸਤਰ। ਇਹ ਮੇਰਾ ਆਪਣਾ ਨਿੱਜੀ ਮਤ ਹੈ ਕਿ ਜਦ ਜੀ, ਤੁਸੀਂ ਪਹਿਲਾਂ ਨਹੀਂ ਸੰਭਾਲੇ, ਹੁਣ ਜੇ ਉਹ ਸ਼ਸਤਰ ਬਈ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸ਼ਰਤਾਂ ਦੇ ਪਾਤਰ ਬਣ ਜਾਣਗੇ, ਜੀ, ਤਾਂ ਫਿਰ ਤੁਸੀਂ ਵੀ ਕਰ ਲਓਗੇ ਸ਼ੁਰੂ ਉਤਾਂ ਹੀ, ਹੂੰ, ਜਿਵੇਂ ਆਮ ਤੌਰ ਤੇ ਅੱਗੇ ਘੁਮਾ ਕਮਾਈ ਕਰਾਤੀ ਸੀਗੀ ਇਹਨਾਂ ਨੇ, ਐਸਜੀਪੀਸੀ ਵਾਲਿਆਂ ਨੇ, ਯਾਦ ਆ ਜੀ, ਸ਼ਾਇਦ ਮੱਕੜ ਸਾਹਿਬ ਦੇ। ਤਾਂ ਗੱਲ ਇਹ ਆ ਕਿ ਹੁਣ ਰਹਿਣ ਦਿਓ, ਤੁਸੀਂ ਜੋ ਕਰਨਾ ਸੀ ਕਰਤਾ, ਚਲੋ ਜੀ, ਤੁਸੀਂ ਨਹੀਂ, ਤੁਸੀਂ ਤਾਂ ਅਣਜਾਣ, ਜਿਨ੍ਹਾਂ ਨੇ ਕਰਨਾ ਸੀ ਕਰ ਦਿੱਤਾ ਹੈ। ਪਹਿਲੀ ਗੱਲ ਤੇ ਹੈ ਕਿ ਤੁਹਾਨੂੰ ਪਛਤਾਵਾ ਕਰਨਾ ਚਾਹੀਦਾ ਪਹਿਲਾਂ ਤੇ, ਜੇ ਗੁਰੂ ਸਾਹਿਬ ਨਾਲ ਸ਼ਸਤਰ ਜੁੜੇ ਨੇ, ਗੁਰੂ ਕਾਲ ਜੀ, ਨਾਲ ਜੁੜੇ ਨੇ, ਕਿ ਤੁਸੀਂ ਤੇ ਉਹਨਾਂ ਦੀਆਂ ਜੀ, ਨਿਸ਼ਾਨੀਆਂ ਵੀ ਨਹੀਂ, ਧਰੋਹਰ ਹੈ। ਜੀ, ਤਾਂ ਖੈਰ, ਇਹ ਐਸਜੀਪੀਸੀ ਦੇ ਨੋਟਿਸ ਦੇ ਵਿੱਚ ਆਉਣਾ ਚਾਹੀਦਾ ਹੈ। ਮੈਂ ਖੁਦ ਵੀ ਗੜਗੱਜ ਸਾਹਿਬ ਨਾਲ ਪਹੁੰਚ ਕਰਨ ਦਾ ਯਤਨ ਕਰਾਂਗਾ, ਹੁਣ ਤੇ ਸਮਾਗਮ ਚੱਲਦੇ ਆ, ਤੇ ਜ਼ਰੂਰ ਉਹਨਾਂ ਨੂੰ ਇਸ ਬਾਬਤ ਦੱਸਾਂਗੇ ਕਿ ਇਹ ਗੱਲ ਜਿਹੜੀ ਆ ਤੁਸੀਂ ਸਿਰੇ ਲਾਓ, ਤਾਂ ਇਹ ਲਾਉਣੀ ਜੀ, ਵੀ ਚਾਹੀਦੀ ਹੈ। ਬੜੀ ਹੈਰਾਨਗੀ ਵਾਲੀ ਗੱਲ ਹੈ, ਮੈਂ ਤੇ ਮਤਲਬ ਕਿ ਨਿੱਜੀ ਤੌਰ ਤੇ ਕਾਫੀ ਇਹਦੇ ਨਾਲ ਮਾਯੂਸ ਹੋਇਆ ਕਿ ਕਮਾਲ ਦੀ ਗੱਲ ਹੈ ਯਾਰ, ਜਿਹੜੀਆਂ ਚੀਜ਼ਾਂ ਮਿਊਜ਼ੀਅਮ 'ਚ ਹੋਣੀਆਂ ਚਾਹੀਦੀਆਂ, ਜਿਹੜੀਆਂ ਚੀਜ਼ਾਂ ਮਤਲਬ ਕਿ ਪੀੜ੍ਹੀਆਂ ਸਾਡੀਆਂ ਵੇਖਣ, ਬੱਚੇ ਸਾਡੇ ਵੇਖਣ, ਉਹ ਚੀਜ਼ਾਂ ਜੀ, ਮਾਲਖਾਨੇ 'ਚ ਤੇ ਤੰਬਾਕੂ ਵੀ ਪਿਆ ਹੋ ਸਕਦਾ, ਸ਼ਰਾਬ ਵੀ ਪਈ ਹੋ ਸਕਦੀ ਆ, ਮਤਲਬ ਹੂੰ, ਕਿ ਰੇਪ ਨਾਲ ਜੁੜੀ ਵੀ ਕੋਈ ਸਮੱਗਰੀ ਪਈ ਹੋ ਸਕਦੀ ਆ, ਜੀ, ਕਿਉਂਕਿ ਉੱਥੇ ਹਰ ਇੱਕ ਚੀਜ਼ ਜਮ੍ਹਾਂ ਹੋ ਜਾਂਦੀ ਹੈ ਨਾ ਮਾਲਖਾਨੇ 'ਚ, ਡਰੱਗ ਹੁੰਦਾ ਜੀ, ਉਹਦੇ ਜੀ, 'ਚ। ਤਾਂ ਬਹੁਤ, ਹੂੰ, ਇਹ ਤੇ ਚਲੋ ਭਲਾ ਹੋਵੇ ਇੰਸਪੈਕਟਰ ਸਾਹਿਬ ਦਾ, ਜਿਹੜੇ ਕਿ ਹੁਣ ਤੇ ਸਾਬਕਾ ਹੋ ਗਏ ਨੇ, ਕਿ ਜਿਨ੍ਹਾਂ ਨੇ ਪਹਿਲੀ ਵਾਰੀ ਦੇਖਿਆ, ਉਹਨਾਂ ਨੂੰ ਲੱਗਿਆ ਕਿ ਯਾਰ ਉਹਨਾਂ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ, ਫਿਰ ਉਹਨਾਂ ਨੇ ਅਲਮਾਰੀ ਬਣਾਈ ਕਿ ਘੱਟੋ ਘੱਟ ਸੁਸ਼ੋਭਿਤ ਤੇ ਮਰਿਆਦਾ ਦੇ ਢੰਗ ਨਾਲ ਠੀਕ ਹੋ ਜਾਣ। ਜੀ। ਸੋ ਬ੍ਰੇਕਿੰਗ ਇਸ ਦੇ ਵਿੱਚ ਇਹ ਆ ਰਹੀ ਹੈ ਵੀ ਅਧਿਕਾਰਤ ਤੌਰ ਤੇ ਵੀ ਇਹ ਜਾਣਕਾਰੀ ਆ ਗਈ ਹੈ ਵੀ ਪੀਯੂ ਦੇ ਵਿੱਚ ਜਿਹੜਾ ਐਗਜ਼ਾਮ ਕੱਲ੍ਹ ਦੇ ਦਿਨ ਲਈ ਰੱਖਿਆ ਗਿਆ ਸੀ, ਇੱਕ ਤਰੀਕੇ ਦਾ ਉਕਸਾਉਣ ਦਾ ਕੰਮ ਸੀ, ਉਹ ਰੱਦ ਕਰ ਦਿੱਤਾ ਗਿਆ ਕੱਲ੍ਹ ਦੇ ਲਈ, ਤੇ ਗੇਟ ਬੰਦ ਕਰ ਦਿੱਤੇ ਗਏ ਨੇ ਵਿਦਿਆਰਥੀਆਂ ਵੱਲੋਂ। ਆਪਣੇ ਪੱਧਰ ਦੇ ਉੱਪਰ ਲਗਾਤਾਰ ਇਹ ਤਸਵੀਰਾਂ ਹੁਣ ਸਾਹਮਣੇ ਆ ਰਹੀਆਂ ਨੇ, ਜਿਸ ਤਰੀਕੇ ਦੇ ਨਾਲ 9 ਤਰੀਕ ਦੀ ਰਾਤ ਨੂੰ ਮਾਹੌਲ ਬਣਿਆ ਸੀ, ਉਸੇ ਤਰੀਕੇ ਦੇ ਨਾਲ ਹੁਣ ਉੱਥੇ ਮਾਹੌਲ ਬਿਲਕੁਲ ਲਗਭਗ ਬਣਿਆ ਵੈਸਾ ਹੋਇਆ। ਹੀ, ਜੀ, ਜੀ। ਇਸ ਲਗਭਗ ਤੋਂ ਵੈਸਾ ਹੀ ਬਣਦਾ। ਜੀ, ਅੱਗੇ ਚੱਲੀਏ ਤਾਂ ਗੱਲ ਨਵਜੋਤ ਸਿੰਘ ਸਿੱਧੂ ਹੁਣਾਂ ਦੀ ਕਰਦੇ ਹਾਂ। ਇਹ ਛਾ ਰਹੇ ਨੇ ਜੀ, ਕਹਿੰਦੇ ਪਟਿਆਲੇ ਦੀਆਂ ਗੇੜੀਆਂ ਦੇ ਕਰਕੇ, ਪਟਿਆਲੇ ਦੇ ਵਿੱਚ ਚਰਚਾ ਦਾ ਵਿਸ਼ਾ ਨੇ ਇਹਨਾਂ ਦੀਆਂ ਵੱਜ ਰਹੀਆਂ ਗੇੜੀਆਂ। ਕੀ ਕੋਈ ਸਿਆਸੀ ਜ਼ਮੀਨ ਤਲਾਸ਼ ਰਹੇ ਨੇ ਮੁੜ ਤੋਂ, ਜਾਂ ਫਿਰ ਪਰਿਵਾਰਕ ਜੀਆਂ ਲਈ ਜੱਦੋ-ਜਹਿਦ ਚੱਲੂ? ਮੈਂ ਜਿੰਨਾ ਕੋ ਪਤਾ ਲਾਇਆ ਹੈ, ਵੈਸੇ ਮੈਂ ਨਵਜੋਤ ਸਿੰਘ ਸਿੱਧੂ ਬਾਰੇ ਤੁਹਾਨੂੰ ਅੱਗੇ ਵੀ ਦੱਸਤਾ ਸੀ ਕੁਝ ਮਹੀਨੇ ਪਹਿਲਾਂ, ਮੈਂ ਫਿਰ ਉੱਥੇ ਹੀ ਆ ਜਾਣਾ
ਕਿ ਦੇਖੋ ਨਵਜੋਤ ਸਿੰਘ ਸਿੱਧੂ ਰਾਜਨੀਤਿਕ ਪਿੱਚ ਤੇ ਆਉਣਾ ਵੀ ਚਾਹੁੰਦੇ ਆ, ਜੀ। ਆਉਣਾ ਉਹ ਸ਼ਰਤਾਂ ਤਹਿਤ ਚਾਹੁੰਦੇ ਆ, ਤੇ ਹੂੰ, ਸ਼ਰਤਾਂ ਹੁਣ ਮਤਲਬ ਕਿ ਇੱਕ ਹੁੰਦਾ ਸ਼ਰਤਾਂ ਤਹਿਤ, ਇੱਕ ਹੁੰਦਾ ਸ਼ਰਤਾਂ ਰਹਿਤ। ਹੂੰ, ਹਾਈ ਕਮਾਂਡ ਸ਼ਾਇਦ ਸ਼ਰਤਾਂ ਰਹਿਤ ਲਿਆਉਣਾ ਚਾਹੁੰਦੇ ਆ, ਤੇ ਇਹ ਸ਼ਰਤਾਂ ਤਹਿਤ ਆਉਣਾ ਚਾਹੁੰਦੇ ਆ। ਇੱਥੇ ਕੋ ਪੇਚ ਫਸਿਆ ਨਜ਼ਰ ਆਉਂਦਾ ਹੈ। ਜਿੱਥੋਂ ਤੱਕ ਇਹ ਹੈ ਕਿ ਭਟੂਰੇ ਖਾਦੇ ਇਹਨਾਂ ਨੇ ਪਟਿਆਲੇ ਦੇ ਵਿੱਚ, ਜਿਹੜੇ ਛੇੜੇ ਲਾਏ ਨੇ, ਸਮਾਣੇ ਦੇ ਸਾਬਕਾ ਵਿਧਾਇਕ ਉਹ ਵੀ ਨਾਲ ਸਨ। ਮੇਰੀ ਜਾਣਕਾਰੀ ਦੇ ਮੁਤਾਬਕ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਕੋਈ ਸਿਹਤ ਸਮੱਸਿਆ ਸੀ, ਜੀ, ਉਹਦਾ ਕੋਈ ਚੈੱਕਅਪ ਸੀ, ਜੀ, ਤੇ ਕਿਉਂਕਿ ਇਹ ਉਹਨਾਂ ਦਾ ਜੱਦੀ ਸ਼ਹਿਰ ਹੈ, ਜੰਮਪਲ ਨੇ ਇੱਥੋਂ ਦੇ, ਪੁਰਾਣੇ ਉਹਨਾਂ ਦੇ ਯਾਰ ਦੋਸਤ, ਪੁਰਾਣੇ ਸਮਿਆਂ ਦੇ ਜਾਣਕਾਰ ਉਹ ਸਾਰੇ ਇੱਥੇ ਮੌਜੂਦ ਨੇ। ਤਾਂ ਕਹਿਣ ਦਾ ਜੀ, ਮਤਲਬ ਇਹ ਹੈ ਕਿ ਠੀਕ ਆ, ਉਹ ਹਲਕੀ ਫੁਲਕੀ ਸਰਗਰਮੀ ਜ਼ਰੂਰ ਕਰ ਗਏ ਨੇ, ਪਰ ਹੂੰ, ਜਿੰਨੀ ਕੁ ਮੇਰੀ ਜਾਣਕਾਰੀ ਆ ਕਿ ਰਾਜਨੀਤਿਕ ਸਫ਼ਰ ਦਾ ਕੋਈ ਇਹਦੇ 'ਚ ਮੋੜਾ ਨਹੀਂ ਹੈਗਾ ਫਿਲਹਾਲ। ਕਹਾਣੀ ਉੱਥੇ ਹੀ ਉਲਝਦੀ ਆ ਕਿ ਨਵਜੋਤ ਸਿੰਘ ਸਿੱਧੂ ਦਾ ਰੋਲ ਕੀ ਹੋਏਗਾ, ਰੋਲ ਡਿਫਾਈਨ ਕਰੋ ਬਾਈ। ਪਰ ਰੋਲ ਡਿਫਾਈਨ ਤੋਂ ਪਹਿਲਾਂ ਹੈ ਕਿ ਤੁਸੀਂ ਕੰਡੀਸ਼ਨਲ ਆਉਣਾ ਹੈ ਜਾਂ ਅਨਕੰਡੀਸ਼ਨਲ ਆਉਣਾ ਹੈ। ਤਾਂ ਜੀ, ਕੰਡੀਸ਼ਨਲ ਕੀ ਹੈ ਕਿ ਲਿਆਓ ਬਾਈ ਦੱਸੋ ਮੈਨੂੰ ਕੀ ਮੇਰਾ ਰੋਲ ਹੋਏਗਾ, ਕੀ ਕਰੋਗੇ, ਤੇ ਜੇ ਮੈਂ ਜਿਤਾਤਾ ਤੇ ਕੀ ਮੈਨੂੰ ਦਿਓਗੇ। ਆਹੀ ਚੀਜ਼ ਹੁੰਦੀ ਹੈ ਨਾ ਰਾਜਨੀਤੀ 'ਚ। ਸੋ ਇਸ ਜੀ, ਵਾਸਤੇ ਨਵਜੋਤ ਸਿੰਘ ਸਿੱਧੂ ਦੀ ਇਹ ਸਰਗਰਮੀ ਜਿਹੜੀ ਆ, ਕਿਆਫੇ ਦਾ ਵਿਸ਼ਾ ਤੇ ਜ਼ਰੂਰ ਬਣੀ ਆ, ਪਰੰਤੂ ਇਹਦੇ 'ਚ ਬਹੁਤਾ ਕੁਝ ਰਾਜਨੀਤਿਕ ਹੈ ਨਹੀਂ। ਹਾਂ, 2-3 ਮਹੀਨਿਆਂ ਤੱਕ ਦੇਖਿਓ ਨਵਜੋਤ ਸਿੰਘ ਸਿੱਧੂ ਨਾਲ ਜੁੜੀ ਵੱਡੀ ਖਬਰ ਆ ਜਾਏਗੀ, ਜਾਂ ਤਾਂ ਕਾਂਟਾ ਵੱਜ ਜਾਏਗਾ ਤੇ ਜੀ, ਜਾਂ ਫਿਰ ਖਿੱਚ ਕਾਂਟਾ ਹੋ ਜਾਏਗਾ। ਹੂੰ, ਜੀ। ਦੇਖਦੇ ਹਾਂ ਕੀ ਬਣਦਾ ਹੈ ਅੱਗੇ। ਚਲੀਏ ਤਾਂ ਉਧਰ ਹਿਰਾਸਤੀ ਮੌਤਾਂ ਇੱਕ ਬਹੁਤ ਵੱਡਾ ਇਸ਼ੂ ਹੈ ਇਸ ਦੇਸ਼ ਦੇ ਵਿੱਚ, ਤੇ ਇਸੇ ਨੂੰ ਲੈ ਕੇ ਸੁਪਰੀਮ ਕੋਰਟ ਸਖਤ ਨਜ਼ਰ ਆਈ ਹੈ ਜੀ ਅੱਜ। ਹਾਂ ਬਿਲਕੁਲ, ਇਹ ਹਿਰਾਸਤੀ ਮੌਤਾਂ ਕਿਸੇ ਵੀ ਮੁਲਕ ਲਈ ਕਹਿ ਲਓ ਕਿ ਕਲੰਕ ਹੀ ਹੁੰਦੀ ਹੈ। ਹਿਰਾਸਤੀ ਮੌਤ ਮਤਲਬ ਕਿ ਥਾਣੇ ਦੇ ਵਿੱਚ ਜਾਂ ਜੇਲ੍ਹ ਦੇ ਵਿੱਚ ਉਹ ਹਿਰਾਸਤ ਮੌਤ ਹੀ ਹੁੰਦੀ ਹੈ। ਦੌਰਾਨੇ ਹਿਰਾਸਤ ਕੋਈ ਵੀ ਬੰਦਾ ਮਰਦਾ ਹੈ, ਚਾਹੇ ਉਹ ਬਿਮਾਰੀ ਨਾਲ, ਚਾਹੇ ਟਾਰਚਰ ਦੇ ਨਾਲ, ਤਾਂ ਉਹ ਗੁਰਪ੍ਰੀਤ ਹਿਰਾਸਤੀ ਮੌਤ ਹੀ ਗਿਣੀ ਜਾਂਦੀ ਹੈ। ਤਾਂ ਜੀ, ਆਪਾਂ ਐਵੇਂ ਦੇਖਦੇ ਹਾਂ ਕਿ ਆਪਣੇ ਪੰਜਾਬ ਦੇ ਵਿੱਚ ਹਿਰਾਸਤੀ ਮੌਤਾਂ ਦਾ ਅੰਕੜਾ ਮੇਰੇ ਖਿਆਲ ਦੇ ਨਾਲ ਹਾਈਐਸਟ ਅੰਕੜਿਆਂ ਵਾਲੀ ਜਿਹੜੀ ਸ਼੍ਰੇਣੀ ਹੈ ਨਾ, ਉਹਦੇ ਚ ਆਉਂਦਾ ਹੈ। ਜੀ, ਜੀ, ਕੁਝ ਯਾਨੀ 2-3 ਸਟੇਟਾਂ ਹੋਣਗੀਆਂ। ਜੇ ਆਪਾਂ ਅੱਜ ਤੋਂ 4-5 ਸਾਲ ਪਹਿਲਾਂ ਦੀ ਗੱਲ ਕਰੀਏ, ਹੁਣ ਤਾਂ ਤਾਜ਼ਾ ਤਰੀਨ ਅੰਕੜੇ ਤੇ ਮੈਂ ਵੇਖੇ ਕੋਈ ਨਹੀਂ। ਖੈਰ, ਜੀ, ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕਿਹਾ ਕਿ ਪੁਲਿਸ ਹਿਰਾਸਤ ਦੇ ਵਿੱਚ ਹੋਣ ਵਾਲੀਆਂ ਮੌਤਾਂ ਸਿਸਟਮ ਤੇ ਧੱਬਾ, ਮੈਂ ਜਿਵੇਂ ਤੁਹਾਨੂੰ ਕਿਹਾ ਕਿ ਕਲੰਕ ਹੁੰਦੀ, ਤੇ ਹੁਣ ਦੇਸ਼ ਇਹਨੂੰ ਬਰਦਾਸ਼ਤ ਨਹੀਂ ਕਰ ਸਕਦਾ। ਨਾਲ ਹੀ ਕੋਰਟ ਨੇ ਕਿਹਾ ਕਿ ਸਾਰੇ ਰਾਜਾਂ ਤੇ ਕੇਂਦਰ ਦੀ ਥਾਣਿਆਂ ਦੇ ਵਿੱਚ ਜੋ ਸੀਸੀਟੀਵੀ ਕੈਮਰੇ ਲਾਏ ਗਏ ਨੇ, ਸਾਰੀ ਰਿਪੋਰਟ ਲਿਆ ਕੇ ਦਿਓ ਜੀ, ਸਾਰੀ ਰਿਪੋਰਟ। ਇਹ ਵੈਸੇ ਦੈਨਿਕ ਭਾਸਕਰ ਦੀ ਕੋਈ ਨਿਊਜ਼ ਸੀ ਜਿਹਦੇ ਤੇ ਇਹ ਸਾਰਾ ਐਕਸ਼ਨ ਹੋਇਆ। ਤਾਂ ਕੇਂਦਰ ਸਰਕਾਰ ਹੁਣ ਜਿਹੜੀ ਹੈ ਉਹ ਰਿਪੋਰਟ ਕੀ ਦਿੰਦੀ ਆ, ਦੇਖਦੇ ਆ। ਪਰ ਟਿੱਪਣੀ ਜਸਟਿਸ ਵਿਕਰਮਨਾਥ ਜੀ ਦੀ ਕਾਫੀ ਸਖਤ ਸੀ। ਉਹ ਕਹਿੰਦੇ ਕਿ ਕੇਂਦਰ ਸਰਕਾਰ ਹੁਣ ਤੱਕ ਆਪਣੀ ਰਿਪੋਰਟ ਕਿਉਂ ਨਹੀਂ ਦੇ ਪਾਈ, ਕਿ ਜੀ, ਉਹ ਸੁਪਰੀਮ ਕੋਰਟ ਨੂੰ ਹਲਕੇ ਚ ਲੈ ਰਹੀ ਹੈ। ਆਖਰ ਵਜ੍ਹਾ ਕੀ ਆ? ਮਤਲਬ ਕਿ ਜੋ ਡਾਟਾ ਮੰਗਿਆ ਜਾ ਰਿਹਾ, ਜੋ ਗੱਲਾਂ ਹੋ ਰਹੀਆਂ ਨੇ, ਤਾਂ ਇਹ ਕਿਤੇ ਨਾ ਕਿਤੇ ਸੁਪਰੀਮ ਕੋਰਟ ਦੇ ਲਹਿਸੇ ਨੂੰ ਹੋਰ ਸਖਤ ਬਣਾ ਰਹੀਆਂ ਨੇ। ਤਾਂ ਖੈਰ, ਪੁਲਿਸ ਕਸਟਡੀ ਦੇ ਵਿੱਚ ਜੇ ਤੁਸੀਂ ਦੇਖੋਗੇ ਤਾਂ 5 ਸਾਲਾਂ ਦੇ ਵਿੱਚ ਲਗਭਗ ਪੌਣੇ 700 ਮੌਤਾਂ ਹੋਈਆਂ ਨੇ। ਪੁਲਿਸ ਕਸਟਡੀ ਦੇ ਵਿੱਚ ਮੌਤ ਹੋਣੀ ਤਾਂ ਹੋਰ ਵੀ ਜ਼ਿਆਦਾ, ਕਿਉਂਕਿ ਜੇਲ੍ਹ ਦੇ ਵਿੱਚ ਤਾਂ ਕੋਈ ਬੰਦਾ ਬਿਮਾਰ ਹੋ ਜਾਂਦਾ ਲੰਬੀ ਕੈਦ ਦੇ ਦੌਰਾਨ, ਕੋਈ ਬੰਦਾ ਕੁਦਰਤੀ ਮੌਤ ਮਰ ਸਕਦਾ ਹੈ ਲੰਬੀ ਕੈਦ ਦੇ ਦੌਰਾਨ, ਪਰ ਛੋਟੀ ਮਿਆਦ ਹੁੰਦੀ ਆ ਥਾਣੇ ਦੀ ਹਿਰਾਸਤ। ਉਹਦੇ ਜੀ, ਦਰਮਿਆਨ ਜਿਹੜੀਆਂ ਜ਼ਿਆਦਾਤਰ ਮੌਤਾਂ ਹੁੰਦੀਆਂ ਉਹ ਮਾਨਸਿਕ ਦਬਾਅ ਦੇ ਚੱਲਦੇ ਆ, ਟਾਰਚਰ ਦੇ ਚੱਲਦੇ ਆ, ਜਾਂ ਕਈ ਵਾਰ ਖੁਦਕੁਸ਼ੀਆਂ ਵੀ ਹੋ ਜਾਂਦੀਆਂ ਨੇ ਥਾਣਿਆਂ 'ਚ, ਡਰਦੇ ਆ ਜੀ, ਕਰਦੇ ਆ। ਸੋ ਇਸ ਕਰਕੇ ਇਹ ਹਿਰਾਸਤੀ ਮੌਤਾਂ ਖਾਸ ਤੌਰ ਤੇ ਥਾਣੇ ਵਾਲੀਆਂ ਜਿਹੜੀਆਂ ਉਹ ਬਹੁਤ ਹੀ ਜ਼ਿਆਦਾ ਸੁਪਰੀਮ ਕੋਰਟ ਨੇ ਸੀਰੀਅਸਲੀ ਲਈਆਂ ਨੇ। ਤੇ ਮੇਰੇ ਖਿਆਲ ਦੇ ਨਾਲ ਹੁਣ ਜਦੋਂ ਡਾਟਾ ਪੇਸ਼ ਕੀਤਾ ਜਾਏਗਾ ਸੀਸੀਟੀਵੀ ਕੈਮਰੇ ਵਗੈਰਾ ਦਾ, ਤਾਂ ਕਾਫੀ ਕੁਝ ਜਿਹੜਾ ਹੈ ਮੇਰੇ ਖਿਆਲ ਨਾਲ ਉਕਾਈ ਵਾਲਾ ਲੱਭੇਗਾ ਉਹਦੇ 'ਚ। ਜੀ। ਸੋ ਵੇਖਾਂਗੇ ਇਸ ਸਾਰੇ 'ਚ ਬਣਦਾ ਕੀ ਹੈ। ਪ੍ਰੋਗਰਾਮ ਦਾ ਸਮਾਂ ਇੱਥੇ ਹੀ ਹੁੰਦਾ ਹੈ ਸਮਾਪਤ। ਤੁਸੀਂ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ।